ਬਹੁਤ ਸੌਖਾ ਹੈ ਕਿਸੇ ਬਾਰੇ ਕੋਈ ਧਾਰਨਾ ਬਣਾ ਦੇਣਾ ਅਤੇ ਬਣਾ ਦੇਣੀ ਗੱਲ ਸਰਵ ਪ੍ਰਮਾਣਿਤ, ਪਰ ਮਨ ਅੰਦਰ ਟੁੱਟ ਭੱਜ ਤਾਂ ਉਹ ਸਮਝ ਸਕਦਾ ਹੈ ਜਿਹਦੇ ਮਨ ਦੇ ਇਹ ਵਲਵਲੇ ਨੇ। ਸਮਾਜ ਵਿੱਚ ਤਾਂ ਇਹ ਬਹਿਸ ਹੀ ਨਹੀਂ ਮੁੱਕੀ ਕਿ ਆਦਮ ਤੇ ਹਵਾ ਇੱਕ ਦੂਜੇ ਨੂੰ ਕਿੰਨਾ ਸਮਝਦੇ ਨੇ। LGBT ਦੀ ਕਹਾਣੀ ਤਾਂ ਵੇਟਿੰਗ ਸੂਚੀ ਵਿੱਚ ਹੈ। ਆਪਾਂ ਸਾਰੇ ਜੀਵ ਕੁਝ ਵੀ ਹੋਈਏ, ਪਰ ਇੰਨੀ ਗੱਲ ਤਾਂ ਪੱਕੀ ਹੈ ਕਿ ਹੈ ਤਾਂ ਆਪਾਂ ਇਨਸਾਨ ਹੀ। ਆਪਣੇ ਅੰਦਰ ਦਿਲ ਧੜਕਦਾ ਅਤੇ ਮਹਿਸੂਸ ਹੁੰਦੀ ਹੈ ਹਰ ਰੁੱਤ ਅਥਾਹ ਖੁਸ਼ੀਆਂ ਅਤੇ ਉਦਾਸੀ ਦਾ ਆਲਮ। ਸਮਾਜ ਸਵੈ ਸਥਾਪਿਤ ਧਾਰਨਾਵਾਂ 'ਚ ਸਮੇਂ ਦੀ ਤਬਦੀਲੀ ਨਹੀਂ ਵੇਖਦਾ ਅਤੇ ਇੰਜ ਕਿੰਨੇ ਹੀ ਜਜ਼ਬਾਤ ਖਿੰਡ ਜਾਂਦੇ ਨੇ ਵਾਵਰੋਲੇ ਵਿੱਚ। ਸਿਨੇਮਾ ਵੀ ਇੰਜ ਦਾ ਹੈ। ਸਿਨੇਮਾ ਜਿਹੜੇ ਵਿਸ਼ਿਆਂ ਦੇ ਰੂਬਰੂ ਹੁੰਦਾ ਹੈ, ਉਹਨਾਂ ਵਿਸ਼ਿਆਂ ਦੇ ਸਹਿਜ ਸੁਭਾਅ ਨੂੰ ਗਵਾ ਦਿੰਦਾ ਹੈ। ਇਹ ਵੱਡੀ ਜ਼ਿੰਮੇਵਾਰੀ ਹੈ। ਅਜਿਹੀਆਂ ਕਹਾਣੀਆਂ ਨੂੰ ਰਚਦੀ, ਆਪਣੇ ਲਿਖੇ ਸੰਵਾਦ ਨਾਲ ਕਿਰਦਾਰਾਂ ਨੂੰ ਜ਼ੁਬਾਨ ਦਿੰਦੀ ਗ਼ਜ਼ਲ ਧਾਲੀਵਾਲ ਸਿਨੇਮਾ ਦੇ ਇਸੇ ਕ੍ਰਾਫਟ 'ਤੇ ਗੱਲ ਕਰਦੀ ਹੈ। ਗ਼ਜ਼ਲ ਧਾਲੀਵਾਲ ਨੇ ਆਪਣੇ ਅੰਦਰ ਦੇ ਵੂਮਨਹੁੱਡ ਨੂੰ ਪਛਾਣਿਆ, ਉਭਾਰਿਆ ਅਤੇ ਇਸ ਬਾਰੇ ਨਿਰੰਤਰ ਗੱਲ ਕਰਦੇ ਨੇ। ਬਾਵਜੂਦ ਇਹਦੇ ਕਿ ਗ਼ਜ਼ਲ ਧਾਲੀਵਾਲ ਦੀ ਹੋਰ ਕੋਈ ਪਛਾਣ ਨਹੀਂ। ਗ਼ਜ਼ਲ ਨੇ ਆਪਣੇ ਕਰੀਅਰ ਦੀਆਂ ਬਿਹਤਰੀਨ ਫਿਲਮਾਂ ਦਿੱਤੀਆਂ, ਜਿਨ੍ਹਾਂ ਦੀ ਗੁਣਵੱਤਾ ਦੇ ਪੱਖ ਤੋਂ ਚਰਚਾ ਹੁੰਦੀ ਆਈ ਹੈ। ਸਿਨੇਮਾ ਦੇ ਆਪਣੇ ਬਹੁਤ ਸਾਰੇ ਸਟੀਰੀਓਟਾਈਪਡ ਪਰਸੈਪਸ਼ਨ ਨੇ। ਸਮਾਜ ਵੀ ਇਸੇ ਤਰ੍ਹਾਂ ਦਾ ਹੈ। ਇਸ ਦੌਰਾਨ ਇੱਕ ਲੇਖਕ ਆਪਣੀਆਂ ਕਹਾਣੀਆਂ ਨੂੰ, ਆਪਣੇ ਕਿਰਦਾਰਾਂ ਨੂੰ ਅਤੇ ਕਿਰਦਾਰਾਂ ਦੀ ਜ਼ੁਬਾਨ ਨੂੰ ਕਿਸ ਤਰ੍ਹਾਂ ਜਿਉਂਦਾ ਹੈ, ਉਸ 'ਤੇ ਕਿਸ ਤਰ੍ਹਾਂ ਦੇ ਪ੍ਰੈਸ਼ਰ ਹੁੰਦੇ ਨੇ ਅਤੇ ਉਸ ਸਭ ਦੇ ਬਾਵਜੂਦ ਫਿਰ ਵੀ ਉਹ ਆਪਣੀ ਕਹਾਣੀ ਕਿਵੇਂ ਕਹਿ ਸਕਦਾ ਹੈ, ਜਾਂ ਸਿਨੇਮਾ ਦੇ ਅੰਦਰ ਅਜਿਹੀਆਂ ਕਹਾਣੀਆਂ ਨੂੰ ਕਹਿਣ ਲੱਗਿਆਂ ਕਿਸ ਤਰ੍ਹਾਂ ਦੇ ਸੁਭਾਅ ਨੂੰ ਬਚਾਉਣ ਦੀ ਲੋੜ ਹੈ। ਇਸ ਬਾਰੇ ਖੁੱਲ੍ਹੀਆਂ ਗੱਲਾਂ ਕਰ ਰਹੇ ਨੇ ਅੱਜ ਮੇਰੇ ਨਾਲ ਗ਼ਜ਼ਲ ਧਾਲੀਵਾਲ। ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਕਾਲੂ। ਗ਼ਜ਼ਲ ਨਾਮ ਤੁਸੀਂ ਰੱਖਿਆ ਸੀ? ਹਾਂਜੀ। ਕਿਵੇਂ ਰੱਖਿਆ ਸੀ, ਕਿਉਂ ਰੱਖਿਆ ਸੀ? ਮੇਰਾ ਐਕਚੁਅਲੀ ਬਚਪਨ ਤੋਂ ਹੀ ਮਿਊਜ਼ਿਕ ਵੱਲ ਤਾਂ ਰੁਝਾਨ ਸੀਗਾ। ਓਕੇ। ਸਿੱਖਦੀ ਹੁੰਦੀ ਸੀ ਮੈਂ, ਉਹ ਵੀ ਪਾਪਾ ਨੇ ਲਾਇਆ ਸੀ, ਕਲਾਸੀਕਲ ਮਿਊਜ਼ਿਕ ਥੋੜ੍ਹਾ ਜਿਹਾ ਸਿੱਖਣ ਲਾਇਆ ਸੀ। ਅਤੇ ਉਹ ਫਿਰ ਮਿਊਜ਼ਿਕ ਵੱਲ ਰੁਝਾਨ ਸੀਗਾ। ਮੈਂ ਨੋਰਮਲੀ ਵੀ ਲਾਈਫ 'ਚ ਗੁਣਗੁਣਾ ਰਹੀ ਹੁੰਦੀ ਹਾਂ, ਕਦੀ ਮਤਲਬ ਮਨ ਵਿੱਚ, ਜਾਂ ਜੇ ਕੋਈ ਨਾਲ ਨਹੀਂ ਹੈਗਾ, ਕੋਲ ਨਹੀਂ ਹੈਗਾ, ਤਾਂ ਮੈਂ ਉੱਚੀ ਵੀ ਹਮੇਸ਼ਾ ਕੌਨਸਟੈਂਟ ਹੈ ਮੇਰੀ ਲਾਈਫ 'ਚ ਨਾ ਮਿਊਜ਼ਿਕ। ਮੈਂ ਕੁਛ ਨਾ ਕੁਛ ਗੁਣਗੁਣਾਉਂਦੀ ਰਹਿੰਦੀ ਹਾਂ। ਅਤੇ ਇਹ ਮੈਨੂੰ ਸੀ ਮਨ 'ਚ ਵੀ ਜੇ ਕੁਛ ਮੈਂ ਨਾਂ ਬਦਲ ਰਹੀ ਹਾਂ ਤਾਂ ਮਿਊਜ਼ਿਕ ਨਾਲ ਰਿਲੇਟਡ ਹੋਏ ਤਾਂ ਚੰਗਾ ਹੋਊਗਾ। ਅਤੇ ਮੇਰਾ ਜਿਹੜਾ ਓਰੀਜਨਲ ਨਾਂ ਸੀ ਉਹ ਵੀ ਗੱਗੇ ਤੋਂ ਸੀ। ਓਕੇ। ਅਤੇ ਮੈਂ ਉਹਦੇ ਨਾਲ ਫਿਰ ਮੈਨੂੰ ਥੋੜ੍ਹਾ ਇਹ ਵੀ ਸੀ ਵੀ ਅਟੈਚਮੈਂਟ, ਐਟਲੀਸਟ ਪਹਿਲਾ ਲੈਟਰ ਜਿਹੜਾ ਉਹ ਸੇਮ ਹੋ ਜਾਏ। ਇੱਕ ਦਿਨ ਸਡਨਲੀ ਆਇਆ ਗ਼ਜ਼ਲ, ਅਤੇ ਉਹ ਮੈਨੂੰ ਇੱਕਦਮ ਜਿਵੇਂ ਹੁੰਦਾ ਨਾ, ਲਵ ਐਟ ਫਸਟ ਸਾਈਟ, ਲਵ ਐਟ ਫਸਟ ਸਾਊਂਡ ਸੀ ਮੇਰੇ ਲਈ ਗ਼ਜ਼ਲ। ਅਤੇ ਗੁਲਜ਼ਾਰ ਸਾਹਿਬ ਮੈਨੂੰ ਹਮੇਸ਼ਾ ਤੋਂ ਬਹੁਤ ਵਧੀਆ ਲੱਗਦੇ ਆ, ਉਹਨਾਂ ਦਾ ਕੰਮ, ਉਹਨਾਂ ਦੀ ਸ਼ਾਇਰੀ। ਜਗਜੀਤ ਸਿੰਘ ਨੂੰ ਕਿੰਨੀ ਦੇਰ ਸੁਣਦੇ ਹੁੰਦੇ ਸੀ ਅਸੀਂ, ਪਾਪਾ ਅਤੇ ਮੈਂ ਬਚਪਨ 'ਚ। ਸੋ ਇੱਕ ਤਰ੍ਹਾਂ ਨਾਲ ਉਹ ਅੱਛਾ ਫਿੱਟ ਲੱਗਿਆ ਮੈਨੂੰ। ਤੁਸੀਂ ਬਹੁਤ ਜ਼ਿਆਦਾ ਸਕਰੀਨ ਪਲੇ ਲਿਖੇ ਹੋਏ ਆ, ਤੁਸੀਂ ਡਾਇਲੋਗ ਲਿਖੇ ਹੋਏ ਆ। ਤੁਹਾਡੀਆਂ ਫਿਲਮਾਂ ਦੀ ਇੱਕ ਵੱਡੀ ਫਹਿਰਿਸਤ ਹੈ ਜਿਸ ਦੇ ਵਿੱਚ ਚਰਚਾ ਹੋਈ ਉਹਨਾਂ ਸਾਰੀਆਂ ਫਿਲਮਾਂ ਦੀ। ਸਟੋਰੀ ਕਿਉਂ ਨਹੀਂ ਲਿਖ ਰਹੇ ਤੁਸੀਂ? ਬੜਾ ਕੰਪਲੀਕੇਟਡ ਜਿਹਾ ਹੁੰਦਾ ਹੈ ਫਿਲਮਾਂ ਬਣਾਉਣ ਦਾ ਪ੍ਰੋਸੈਸ। ਜਾਂ ਇੰਡੀਅਨ ਸਿਨੇਮਾ ਇਨਵਾਈਟ ਨਹੀਂ ਕਰ ਰਿਹਾ ਸਟੋਰੀ ਲਿਖਣ ਨੂੰ? ਐਕਚੁਅਲੀ ਹੁਣ ਤਾਂ ਮੈਂ ਇਸ ਸਟੇਜ 'ਚ ਹੈਗੀ ਹਾਂ ਕਿ ਮੈਂ ਕਹਾਣੀ ਲਿਖ ਕੇ ਅਪਰੋਚ ਕਰ ਸਕਦੀ ਹਾਂ ਕਿਸੇ ਨੂੰ। ਕਰ ਵੀ ਰਹੀ ਹਾਂ ਮੈਂ ਕੰਮ ਕਹਾਣੀਆਂ ਦੇ ਉੱਤੇ। ਪਹਿਲਾਂ ਜਦੋਂ ਮੈਂ ਬੰਬੇ ਗਈ ਸੀ 2009 'ਚ,
ਉਦੋਂ ਮੈਂ ਲਿਖੀਆਂ ਸੀ 2 ਕਹਾਣੀਆਂ ਆਪਣੀਆਂ, ਸਕ੍ਰਿਪਟ ਵੀ ਮੇਰੇ ਕੋਲ ਰੈਡੀ ਪਈ ਹੋਈ ਹੈ ਉਹਨਾਂ ਦੀ, ਓਕੇ। ਪਰ ਉਦੋਂ ਕੋਈ ਜਾਣਦਾ ਨਹੀਂ ਸੀ ਮੈਨੂੰ, ਤੇ ਇਸ ਲਈ ਐਜ਼ ਅ ਸਟੋਰੀ ਰਾਈਟਰ ਕੰਮ ਮਿਲਣਾ ਬਹੁਤ ਔਖਾ ਸੀ, ਉਦੋਂ ਨਹੀਂ ਸੀ ਮਿਲ ਰਿਹਾ। ਐਜ਼ ਅ ਡਾਇਲੌਗ ਰਾਈਟਰ ਜਾਂ ਸਕਰੀਨ ਪਲੇ ਰਾਈਟਰ ਮੈਨੂੰ ਲੋਕ ਜ਼ਿਆਦਾ ਪੁੱਛ ਰਹੇ ਸੀ, ਜਾਂ ਉਦੋਂ ਮੇਰਾ ਐਕਚੁਅਲੀ ਟੈਸਟ ਹੁੰਦਾ ਸੀ, ਕੋਈ ਵੀ ਨਵਾਂ ਪ੍ਰੋਜੈਕਟ ਕਿਸੇ ਨੇ ਦੇਣਾ ਮੈਨੂੰ ਤਾਂ 2 ਸੀਨ ਫੜਾਤੇ, ਬਈ ਇਹ ਲਿਖ ਕੇ ਦਿਖਾਓ ਪਹਿਲਾਂ ਕਿਵੇਂ ਦੇ ਲਿਖੋਗੇ ਤੁਸੀਂ, ਓਕੇ। ਬਈ 2 ਸੀਨਸ ਦਾ ਵੇਰਵਾ ਜਿਹਾ ਦੇਤਾ ਵੀ ਇੱਦਾਂ ਹੋਣਾ ਹੈ ਸੀਨ 'ਚ, ਹੁਣ ਤੁਸੀਂ ਸਕਰੀਨ ਪਲੇ ਤੇ ਡਾਇਲੌਗ ਲਿਖ ਕੇ ਦਿਖਾਓ ਕਿਵੇਂ ਲਿਖੋਗੇ। ਉਹ ਲਿਖ ਕੇ ਮੈਂ ਦਿਖਾ ਦਿੰਦੀ ਸੀ। ਸੋ ਸਟੋਰੀ ਲਈ ਕਿਸੇ ਨੇ ਪੁੱਛਿਆ ਹੀ ਨਹੀਂ ਕਦੀ, ਹੁਣ ਮੈਨੂੰ ਪੁੱਛਦੇ ਆ ਲੋਕ, ਹੁਣ ਸਪੈਸ਼ਲੀ ਮਿਸਮੈਚਡ ਤੋਂ ਬਾਅਦ ਨਾ। ਫਰੈਂਕਲੀ ਟੂ ਬੀ ਓਨੈਸਟ, ਮੇਰੀਆਂ ਕੋਈ ਵੀ ਫਿਲਮਾਂ, ਹਾਲਾਂਕਿ ਆਈ ਐਮ ਪ੍ਰਾਊਡ ਆਫ ਮਾਈ ਫਿਲਮਸ, ਤੇ ਉਹਨਾਂ ਬਾਰੇ ਗੱਲਬਾਤ ਚਰਚਾ ਹੋਈ ਹੈ ਜਿਵੇਂ ਤੁਸੀਂ ਕਿਹਾ, ਪਰ ਕਮਰਸ਼ਲੀ ਸਕਸੈਸਫੁਲ ਨਹੀਂ ਮੈਂ ਕਹਾਂਗੀ ਕੋਈ ਵੀ ਮੇਰੀ ਫਿਲਮ ਰੀਅਲੀ ਹੋਈ ਹੈ ਬਹੁਤ ਜ਼ਿਆਦਾ ਸਕਸੈਸਫੁਲ। ਨਹੀਂ, ਪਰ ਉਹ ਤਾਂ ਪੈਟਰਨ ਬਦਲ ਵੀ ਗਏ ਆ ਮੇਰੇ ਹਿਸਾਬ ਨਾਲ। ਹਾਂ, ਬਦਲ ਗਏ। ਕਿ ਸਕਸੈਸ ਨੂੰ ਸਕਸੈਸ ਕਿਹਨੂੰ ਕਹਿਣਾ ਆ, ਉਹ ਦੌਰ ਤੇ ਹੋਰ ਸੀ ਜਦੋਂ ਬਾਕਸ ਆਫਿਸ ਦੀ ਟਿਕਟ ਖਿੜਕੀ ਡਿਸਾਈਡ ਕਰ ਦਿੰਦੀ ਸੀ। ਹਾਂਜੀ। ਹੁਣ ਤਾਂ ਸਕਸੈਸ ਹੋਰ ਤਰ੍ਹਾਂ ਆ। ਹੁਣ ਤਾਂ ਮੈਂ ਦੇਖਦਾ ਫਲॉप ਫਿਲਮ ਵੀ ਸਕਸੈਸ ਮੰਨ ਲਈ ਜਾਂਦੀ ਹੈ ਪੈਸੇ ਦੇ ਹਿਸਾਬ ਦੇ ਨਾਲ, ਤੇ ਸੋ ਕੰਟੈਂਟ ਦੇ ਹਿਸਾਬ ਨਾਲ ਵੀ ਸਕਸੈਸਫੁਲ ਤੇ ਆਪਣੀ ਜਗ੍ਹਾ ਹੈ ਹੀ। ਹਾਂਜੀ ਹਾਂਜੀ, ਪਰ ਇਹ ਜ਼ਿਆਦਾ ਰੀਸੈਂਟ ਡਿਵੈਲਪਮੈਂਟ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਨਾ, ਇਹ ਜਿਹੜਾ ਓਪੀਨੀਅਨ ਜਾਂ ਪਰਸਪੈਕਟਿਵ ਚੇਂਜ ਹੋਇਆ ਫਿਲਮਾਂ ਬਾਰੇ, ਬਈ ਕਮਰਸ਼ੀਅਲ ਸਕਸੈਸ ਇਜ਼ ਨਾਟ ਜਸਟ ਬਾਕਸ ਆਫਿਸ। ਕਮਰਸ਼ੀਅਲ ਸਕਸੈਸ ਤਾਂ ਬਾਕਸ ਆਫਿਸ ਹੀ ਹੁੰਦੀ ਹੈ, ਬਟ ਸਕਸੈਸ ਇਜ਼ ਨਾਟ ਜਸਟ ਬਾਕਸ ਆਫਿਸ। ਇਹ ਫਰਕ ਆਉਣਾ ਸ਼ੁਰੂ ਹੋਇਆ ਹੈ ਪਿਛਲੇ 2-3 ਸਾਲਾਂ ਤੋਂ ਹੀ ਹੋਇਆ ਮੇਰੇ ਹਿਸਾਬ ਨਾਲ, ਤੇ ਇਹਦੇ ਵਿੱਚ ਆਫਕੋਰਸ OTT ਪਲੈਟਫਾਰਮਸ ਦਾ ਵੀ ਯੋਗਦਾਨ ਹੈਗਾ, ਕਿਉਂਕਿ ਉੱਥੇ ਦਾ ਕੋਈ ਤੁਸੀਂ ਇਹ ਨਹੀਂ ਜੱਜ ਕਰ ਸਕਦੇ ਵੀ ਕਿੰਨਾ ਪੈਸਾ ਜਾਂ ਕਿੰਨੀ ਵਿਊਅਰਸ਼ਿਪ, ਉਹ ਫਿਰ ਫਿਲਮਾਂ ਦੇ ਜਾਂ ਕੰਟੈਂਟ ਦੇ ਆਪਣੇ ਮੈਰਿਟ ਦੇ ਬੇਸਿਸ ਤੇ ਹੀ ਡਿਸਾਈਡ ਹੁੰਦਾ ਹੈ। ਬਿਲਕੁਲ, ਕਿ ਉਹ ਕਿੰਨਾ ਸਕਸੈਸ ਹੈ। ਉਹੀ ਮੈਂ ਕਹਿ ਰਹੀ ਸੀ ਕਿ ਮਿਸਮੈਚ ਤੋਂ ਬਾਅਦ ਮੈਨੂੰ ਇਹ ਆਫਰ ਆਉਣਾ ਸ਼ੁਰੂ ਹੋਇਆ, ਕਿਉਂਕਿ ਮਿਸਮੈਚ ਇੱਕ OTT ਪਲੈਟਫਾਰਮ ਤੇ ਰਿਲੀਜ਼ ਹੋਇਆ ਸੀ, ਤੇ ਉਹਦੇ ਰਿਵਿਊਜ਼ ਚੰਗੇ ਸੀ, ਲੋਕਾਂ ਨੇ ਲਾਈਕ ਕੀਤਾ। ਨਾਓ ਆਈ ਗੈਟ ਅ ਲੋਟ ਆਫ ਆਫਰਸ ਕਿ ਅੱਛਾ ਕੋਈ ਕਹਾਣੀ ਹੈ ਤਾਂ ਦੱਸੋ, ਜਾਂ ਸਕਰੀਨ ਪਲੇ ਡਾਇਲੌਗਸ ਤਾਂ ਖੈਰ ਆਉਂਦੇ ਹੀ ਹੈ। ਬਿਲਕੁਲ, ਕਹਾਣੀਆਂ ਮੈਂ ਲਿਖਣਾ ਚਾਹੁੰਦੀ ਹਾਂ ਡੈਫੀਨਿਟਲੀ, ਪਰ ਟੂ ਬੀ ਵੈਰੀ ਓਨੈਸਟ ਇਹ ਵੀ ਸੱਚ ਹੈ ਕਿ ਓਰੀਜਨਲ ਕਹਾਣੀਆਂ ਮੇਰੇ ਕੋਲ ਥੋੜ੍ਹੀਆਂ ਨੇ। ਇੱਕ ਥੋੜ੍ਹਾ ਜਿਹਾ ਸੈਲਫ ਡਾਊਟ ਵੀ ਹੁੰਦਾ ਹੈ ਬਈ ਜੇ ਕੋਈ ਆਈਡੀਆ ਆਉਂਦਾ ਵੀ ਹੈ, ਵੈਦਰ ਇਟਸ ਗੁੱਡ ਇਨਫ ਔਰ ਨਾਟ, ਇਹ ਪਰਸਿਊ ਕਰਨ ਦੇ ਲਾਇਕ ਹੈ ਜਾਂ ਨਹੀਂ। ਹੈਗੇ ਹੈ ਕੁਛ ਕੰਪਲੈਕਸਿਸ ਦਿਮਾਗ 'ਚ ਹਜੇ, ਪਰ ਮੈਂ ਕੰਮ ਕਰ ਰਹੀ ਹਾਂ ਇਹਦੇ 'ਤੇ, ਆਈ ਐਮ ਵਰਕਿੰਗ ਔਨ ਇਟ। ਚੰਗੀ ਗੱਲ ਹੈ। ਪਰ ਜਦੋਂ ਲਿਪਸਟਿਕ ਅੰਡਰ ਮਾਈ ਬੁਰਕਾ, ਮੈਨੂੰ ਲੱਗਦਾ ਤੁਹਾਡੀ ਇੱਕ ਪਹਿਲੀ ਅਜਿਹੀ ਫਿਲਮ ਸੀ ਜਿਹਦੀ ਚਰਚਾ ਹੋਈ। ਹਾਂਜੀ, ਮਤਲਬ ਉਹ ਐਕਸਪੀਰੀਅੰਸ ਥੋੜ੍ਹਾ ਜਿਹਾ ਜੇ ਦੱਸੋ। ਲਿਪਸਟਿਕ ਅੰਡਰ ਮਾਈ ਬੁਰਕਾ ਮੇਰੀ ਪਹਿਲੀ ਰਿਲੀਜ਼ ਨਹੀਂ ਸੀ, ਪਹਿਲੀ ਰਿਲੀਜ਼ ਵਜ਼ੀਰ ਸੀ, ਉਹਦੇ 'ਚ ਵੀ ਮੈਂ ਡਾਇਲੌਗ ਲਿਖੇ ਸੀ, ਪਰ ਪਹਿਲੀ ਫਿਲਮ ਜਿਹਦੇ ਲਈ ਮੈਨੂੰ ਹਾਇਰ ਕੀਤਾ ਗਿਆ ਉਹ ਲਿਪਸਟਿਕ ਸੀ। ਓਕੇ, ਲਿਪਸਟਿਕ ਅੰਡਰ ਮਾਈ ਬੁਰਕਾ। ਪਰ ਉਹਦੀ ਸ਼ਾਇਦ ਤੁਹਾਨੂੰ ਪਤਾ ਹੀ ਹੋਏ, ਉਹਦੀ ਰਿਲੀਜ਼ ਹੋਣ ਦੀ ਆਪਣੀ ਲੰਬੀ ਜਰਨੀ ਸੀ। ਉਹਨੂੰ ਸੈਂਸਰਸ ਨੇ ਕਈ ਮਹੀਨੇ ਤੱਕ ਰਿਲੀਜ਼ ਹੀ ਨਹੀਂ ਸੀ ਹੋਣ ਦਿੱਤਾ, ਉਹਨੂੰ ਵਲਗਰ ਕਿਹਾ ਗਿਆ ਸੀ, ਆਡੀਓ ਪੋਰਨ ਕਿਹਾ ਗਿਆ ਸੀ ਉਹਨੂੰ, ਮਤਲਬ ਮੇਰੇ ਡਾਇਲੌਗਸ ਨੂੰ। ਬਿਲਕੁਲ, ਮੈਨੂੰ ਲਿਪਸਟਿਕ ਲਈ ਹਾਇਰ ਕਰਨ ਦੀ ਕਹਾਣੀ ਹੋਈ ਹੈ। ਕਿਸੇ ਨੇ, ਜਿਹੜੀ ਡਾਇਰੈਕਟਰ ਹੈ ਅਲੰਕ੍ਰਿਤਾ ਸ਼੍ਰੀਵਾਸਤਵ, ਉਹਨਾਂ ਨੇ ਕਿਸੇ ਤੋਂ ਸੁਣਿਆ ਸੀ ਕਿ ਚੰਗਾ ਲਿਖਦੀ ਹੈ। ਕੰਮ ਨਹੀਂ ਸੀ ਮੈਨੂੰ ਕਿਤੋਂ ਮਿਲਿਆ, ਪਰ ਕਿਸੇ ਨੇ ਪੜ੍ਹਿਆ ਸੀ ਮੇਰਾ ਕੁਝ ਲਿਖਿਆ ਹੋਇਆ, ਤੇ ਉਹਨਾਂ ਨੇ ਫਿਰ ਮੈਨੂੰ ਉਹੀ ਸੈਂਪਲ ਟੈਸਟ ਦਿੱਤਾ ਵੀ ਆਹ 2 ਸੀਨ ਹੈ, ਇਹਨਾਂ ਦੇ ਡਾਇਲੌਗ ਲਿਖ ਕੇ ਦਿਖਾਓ। ਤਾਂ ਉਹਨਾਂ ਨੇ ਮੈਨੂੰ ਆਪਣਾ ਸਕਰੀਨ ਪਲੇ ਦਿੱਤਾ ਸੀ ਪੜ੍ਹਨ ਲਈ ਪਹਿਲਾਂ, ਲਿਪਸਟਿਕ ਦਾ। ਉਹ ਮੈਂ ਜਦੋਂ ਪੜ੍ਹਿਆ ਤੇ ਮੈਂ ਮਤਲਬ ਆਈ ਵਾਜ਼ ਬਲੋਨ ਅਵੇ। ਮੈਂ ਇੰਨੀ ਜ਼ਿਆਦਾ ਐਕਸਾਈਟਿਡ ਹੋ ਗਈ ਸੀ ਉਹ ਪੜ੍ਹ ਕੇ। ਮੈਨੂੰ ਸੀ ਬਈ ਇਹੋ ਜਿਹੀ ਕੋਈ ਕਹਾਣੀ ਅਸੀਂ ਦੇਖੀ ਨਹੀਂ ਹੈ ਸਾਡੇ ਪਰਦੇ 'ਤੇ, ਅਤੇ ਇੰਨੀਆਂ ਜ਼ਰੂਰੀ ਗੱਲਾਂ ਇਹ ਕਹਿ ਰਹੀ ਹੈ ਔਰਤਾਂ ਦੀ ਸੈਕਸ਼ੁਐਲਿਟੀ ਬਾਰੇ, ਔਰਤਾਂ ਦੀ
ਸੈਕਸ਼ੂਅਲ ਫਰੀडम ਬਾਰੇ ਮੈਂ ਬਹੁਤ ਐਕਸਾਈਟਿਡ ਸੀ ਉਹ ਕਿ ਮੈਂ ਸੋਚਦਾ ਸੀ ਮੈਨੂੰ ਇਹ ਚਾਹੀਦਾ ਹੈ ਕੰਮ ਮੈਂ ਕਰਨਾ ਹੀ ਹੈ ਕਿਸੇ ਵੀ ਹਾਲਤ 'ਚ। ਸੋ ਫਿਰ ਮੈਂ ਉਹ 2 ਸੀਨ ਬਹੁਤ ਹੀ ਮਨ ਨਾਲ ਬੈਠ ਕੇ ਲਿਖੇ ਅਲੰਕ੍ਰਿਤਾ ਨੂੰ ਦਿਖਾਉਣ ਲਈ। ਉਹਨਾਂ ਨੇ ਵੀ ਇੱਕਦਮ ਪਸੰਦ ਕਰ ਲਏ ਸੀ। ਓਕੇ। ਤੇ ਉਦੋਂ ਤਾਂ ਖੈਰ ਹਿੰਦੀ 'ਚ ਅਸੀਂ ਲਿਖ ਰਹੇ ਸੀ ਤਾਂ ਉਦੋਂ ਫਿਲਮ ਦਾ ਨਾਂ ਲਿਪਸਟਿਕ ਵਾਲੇ ਸੁਪਨੇ ਸੀਗਾ। ਓਕੇ। ਤੇ ਉਹਦੇ 'ਚ ਫਿਲਮ 'ਚ ਜਿਹੜੀ ਰਤਨਾ ਪਾਠਕ ਸ਼ਾਹ ਜੀ ਦਾ ਕੈਰੈਕਟਰ ਹੈ ਉਹ ਕਿਤਾਬ ਜਿਹੜੀ ਪੜ੍ਹ ਰਹੀ ਹੈ ਉਹਦਾ ਨਾਂ ਉਹੀ ਹੈ ਲਿਪਸਟਿਕ ਵਾਲੇ ਸੁਪਨੇ। ਸੋ ਮੇਰੇ ਲਈ ਇਹ ਵੀ ਸੀ ਮੈਂ ਜਦੋਂ ਸਕਰੀਨ ਪਲੇ ਪੜ੍ਹਿਆ ਸੀ ਆਈ ਡੋਂਟ ਵਾਂਟ ਟੂ ਯੂਜ਼ ਦ ਵਰਡ ਬੋਲਡ ਕਿਉਂਕਿ ਉਸ ਵਰਡ ਨੂੰ ਬਹੁਤ ਹੀ ਕਰਪਟ ਕਰ ਦਿੱਤਾ ਗਿਆ ਸਾਡੇ ਕਨਵਰਸੇਸ਼ਨਸ ਵਿੱਚ ਨਾ ਸਿਨੇਮਾ ਦੇ ਅਰਾਊਂਡ ਕਨਵਰਸੇਸ਼ਨਸ ਜਿਹੜੀਆਂ। ਨਹੀਂ ਇਹ ਵੀ ਦੇਖਦੇ ਕੋਈ ਵੀ ਵੱਖਰਾ ਸਬਜੈਕਟ ਹੁੰਦਾ ਹੈ ਜੋ ਚਾਹੇ ਉਹ ਸਿਨੇਮਾ 'ਚ ਡੀਲ ਕੀਤਾ ਜਾਵੇ ਚਾਹੇ ਉਹ ਰਾਈਟਿੰਗ ਦੇ ਅੰਦਰ ਡੀਲ ਕੀਤਾ ਜਾਵੇ ਜਦੋਂ ਵੀ ਉਹਨੂੰ ਬੋਲਡ ਜਾਂ ਕੁਝ ਵੱਖਰਾ ਕਹਿ ਕੇ ਅਸੀਂ ਇੱਕ ਉਹਨੂੰ ਟ੍ਰੀਟਮੈਂਟ ਦਿੰਦੇ ਹਾਂ ਤਰਤੀਬ ਦਿੰਦੇ ਹਾਂ। ਹਾਂਜੀ। ਤੇ ਆਪਣੇ ਆਪ ਦੇ ਅੰਦਰ ਹੀ ਉਹਦੀ ਜਿਹੜੀ ਇੱਕ ਸਹਿਜ ਗੱਲ ਹੁੰਦੀ ਉਹ ਗਵਾਚ ਜਾਂਦੀ ਹੈ। ਹਾਂਜੀ ਬਿਲਕੁਲ। ਕਿਤੇ ਨਾ ਕਿਤੇ ਇਹ ਤਾਂ ਚੈਲੰਜ ਹੈ ਹੀ ਆ। ਤੁਹਾਨੂੰ ਨਹੀਂ ਲੱਗਦਾ ਕਿ ਹੈ ਆ ਚੈਲੰਜ ਵੀ ਜਦੋਂ ਵੀ ਅਸੀਂ ਕੁਝ ਵੱਖਰਾ ਦਿਖਾਉਣਾ ਹੋਵੇ ਚਾਹੇ ਉਹ LGBT ਦਾ ਮੁੱਦਾ ਹੋਵੇ ਹਾਂਜੀ ਚਾਹੇ ਉਹ ਵੂਮਨ ਡਿਜ਼ਾਇਰ ਦਾ ਮੁੱਦਾ ਹੋਵੇ ਹਾਂਜੀ ਜਾਂ ਕਿਸੇ ਵੀ ਤਰ੍ਹਾਂ ਦਾ ਅਜਿਹਾ ਮਸਲਾ ਜਿਹੜਾ ਸੁਸਾਇਟੀ ਦੇ ਅੰਦਰ ਹਜੇ ਡਿਸਕਸ ਘੱਟ ਕੀਤਾ ਜਾਂਦਾ ਉਹਨੂੰ ਦਿਖਾਉਣ ਲੱਗਿਆਂ ਵੀ ਇੱਕ ਕਮਰਸ਼ੀਅਲ ਪ੍ਰੈਸ਼ਰ ਜਿਹੜਾ ਉਹ ਬੋਲਡਨੈਸ ਵਾਲੇ ਵੱਲ ਝੁਕਾਅ ਜ਼ਿਆਦਾ ਹੁੰਦਾ ਉਹਨੂੰ ਨਾਰਮਲ ਤਰੀਕੇ ਦੇ ਨਾਲ ਦਿਖਾਉਣਾ ਪੇਸ਼ ਕਰਨਾ ਜਾਂ ਉਹਨੂੰ ਮਹਿਸੂਸ ਕਰਨਾ ਵੀ ਹਜੇ ਮੈਨੂੰ ਲੱਗਦਾ ਕਿ ਨਹੀਂ ਹੈਗਾ ਨਾ ਵੇਖਣ ਵਾਲੇ ਕੋਲ ਨਾ ਬਣਾਉਣ ਵਾਲੇ ਕੋਲ। ਹਾਂਜੀ ਡੈਫੀਨਿਟਲੀ ਐਟਲੀਸਟ ਹੁਣੇ ਰੀਸੈਂਟ ਟਾਈਮਸ ਤੱਕ ਤਾਂ ਇੱਦਾਂ ਹੀ ਰਿਹਾ। ਮੈਂ ਫਿਰ ਇਹੀ ਕਹਾਂਗੀ ਕਿ OTT ਪਲੈਟਫਾਰਮਸ ਦੇ ਆਉਣ ਨਾਲ ਥੋੜ੍ਹਾ ਜਿਹਾ ਹੋਰ ਨਿਊਆਂਸ ਆਉਣ ਲੱਗ ਗਿਆ ਸਾਡੀਆਂ ਕਹਾਣੀਆਂ 'ਚ ਪਰ 2 ਸਾਲ ਪਹਿਲਾਂ ਤੱਕ ਵੀ ਜੇ ਤੁਸੀਂ ਥੀਏਟ੍ਰਿਕਲ ਰਿਲੀਜ਼ ਵਾਲੀਆਂ ਫਿਲਮਾਂ ਲਈ ਕੋਈ ਵੀ ਅਨਯੂਜੂਅਲ ਕਹਾਣੀ ਕਹਿਣੀ ਹੈ ਜੀ ਤਾਂ ਜਾਂ ਤਾਂ ਪ੍ਰੋਡਿਊਸਰ ਦਾ ਇੱਕਦਮ ਰਿਐਕਸ਼ਨ ਹੁੰਦਾ ਵੀ ਪਿੱਛੇ ਕਦਮ ਕਰ ਲਓ ਵੀ ਇਹ ਅਸੀਂ ਟੈਸਟ ਨਹੀਂ ਕੀਤਾ ਹੋਇਆ ਇਹ ਕਿਸੇ ਨੇ ਪਹਿਲਾਂ ਇਹੋ ਜਿਹਾ ਮੁੱਦਾ ਦੇਖਿਆ ਨਹੀਂ ਹੈ ਅਤੇ ਪਤਾ ਨਹੀਂ ਇਹਦਾ ਕੀ ਰਿਸਪੌਂਸ ਹੋਊਗਾ ਅਸੀਂ ਨਹੀਂ ਰਿਸਕ ਲੈਣਾ ਜਾਂ ਤਾਂ ਇਹ ਜਾਂ ਫਿਰ ਹੋਊਗਾ ਬਈ ਅੱਛਾ ਇਹ ਅਨਯੂਜੂਅਲ ਹੈ ਤਾਂ ਇਹਨੂੰ ਇੱਕ ਤਰ੍ਹਾਂ ਨਾਲ ਸੈਂਸੇਸ਼ਨਲਾਈਜ਼ ਕਰਕੇ ਪੇਸ਼ ਕਰੋ ਤਾਂ ਕਿ ਉਹ ਫਿਰ ਟਾਕਿੰਗ ਪੁਆਇੰਟ ਬਣ ਜਾਊਗਾ ਕਿਸੇ ਵੀ ਫਿਲਮ ਦੇ ਲਈ। ਜਿਵੇਂ ਕਿ ਖੈਰ ਇਹ ਤਾਂ ਪੁਰਾਣੀ ਹੈ ਹੁਣ ਫਿਲਮ ਬਹੁਤ ਪਰ ਜਿਵੇਂ ਦੋਸਤਾਨਾ ਸੀ ਜਿਹੜੀ ਕਿ ਗੇ ਸਬਜੈਕਟ ਦੇ ਅਰਾਊਂਡ ਸੀਗੀ ਅਤੇ ਉਹਦੇ ਕੁਝ ਪੋਜ਼ੀਟਿਵਸ ਵੀ ਸੀਗੇ ਉਸ ਫਿਲਮ ਦੇ ਪਰ ਉਹਦੇ 'ਚ ਮੁੱਦੇ ਨੂੰ ਜਿਹੜਾ ਗੇ ਲਵ ਹੈ ਹੋਮੋਸੈਕਸ਼ੁਅਲਿਟੀ ਹੈ ਉਹਨੂੰ ਕਿਸੇ ਵੀ ਜਿਹਨੂੰ ਕਹਿੰਦੇ ਆ ਨਾ ਤੁਸੀਂ ਵਰਡ ਯੂਜ਼ ਕੀਤਾ ਸੀ ਸਹਿਜ ਜਿਹੜਾ ਨਜ਼ਰੀਆ ਹੈ ਉਹਦੇ ਨਾਲ ਨਹੀਂ ਅਸੀਂ ਦੇਖਿਆ ਉਹ ਸੈਂਸੇਸ਼ਨਲਾਈਜ਼ ਜਾਂ ਤੁਸੀਂ ਕਹਿ ਲਓ ਸਿਰਫ ਹਿਊਮਰ ਦੇ ਪੱਖੋਂ ਕਾਮੇਡੀ ਕ੍ਰੀਏਟ ਕਰਨ ਲਈ ਉਹਨੂੰ ਇਸਤੇਮਾਲ ਕੀਤਾ ਗਿਆ ਸੀ ਦ ਗੇ ਐਂਗਲ ਨੂੰ। ਤੋ ਇਹੀ 2 ਅਪਰੋਚਿਸ ਰਹੀਆਂ ਹੁਣ ਤੱਕ ਪ੍ਰੋਡਿਊਸਰਸ ਦੀਆਂ ਕਿ ਜਾਂ ਤਾਂ ਤੁਸੀਂ ਪੱਲਾ ਝਾੜ ਲਓ ਵੀ ਇਹ ਨਹੀਂ ਅਸੀਂ ਕਰਨਾ ਜਾਂ ਫਿਰ ਇਹਨੂੰ ਸੈਂਸੇਸ਼ਨਲਾਈਜ਼ ਕਰੋ। ਕਈ ਇੱਦਾਂ ਹੈਗੇ ਆ ਹੁਣ ਮੈਂ ਨਾਂ ਨਹੀਂ ਲਵਾਂਗੀ ਪਰ ਨਹੀਂ ਕਿਉਂਕਿ ਹਰ ਇੱਕ ਚੀਜ਼ 'ਚ ਮਹਿਸੂਸ ਹੁੰਦਾ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਮੈਂ ਸ਼ੁਰਜੀਤ ਦੀ ਸਰਦਾਰ ਉਦਮ ਫਿਲਮ ਦੇਖੀ ਮਤਲਬ ਪਹਿਲੀ ਫਿਲਮ ਹੈ ਜਿਹੜੀ ਪੈਟਰੀਓਟਿਕ ਹੁੰਦੇ ਹੋਏ ਵੀ ਉਸ ਤਰ੍ਹਾਂ ਦੇ ਟ੍ਰੀਟਮੈਂਟ 'ਚੋਂ ਨਹੀਂ ਲੰਘ ਰਹੀ। ਹਾਂਜੀ ਕਿਉਂਕਿ ਉਹਦੇ ਅੰਦਰ ਇਹ ਨਹੀਂ ਹੈ ਕਿ ਭਾਰਤ ਮਾਤਾ ਦਾ ਸਵਾਲ ਹੈ ਮਿੱਟੀ ਦਾ ਸਵਾਲ ਹੈ ਦੇ ਜੇ ਤੁਸੀਂ ਰਾਸ਼ਟਰਗਾਨ ਨਹੀਂ ਗਾਓਗੇ ਤੇ ਕੀ ਤੁਸੀਂ ਕੋਈ ਰਾਸ਼ਟਰ ਇਸ ਦੇਸ਼ ਨੂੰ ਪਿਆਰ ਨਹੀਂ ਕਰਦੇ। ਹਾਂਜੀ ਮਤਲਬ ਜਿਹੜਾ ਉਹ ਇੱਕ ਵਰਤਾਰਾ ਆ ਹੁਣ ਤੱਕ ਸਿਨੇਮਾ ਦੇ ਅੰਦਰ ਆ ਰਿਹਾ ਸੀ। ਹਾਂਜੀ ਮਤਲਬ ਸਰਦਾਰ ਉਦਮ ਦੀ ਫਿਲਮ ਉਦਮ ਸਿੰਘ ਦੇ ਉੱਤੇ ਜਲਿਆਂਵਾਲੇ ਬਾਗ ਦਾ ਅਸਰ ਕੀ ਪਿਆ
ਹਾਂਜੀ ਉਸ ਟਰਾਮਾ ਦੇ ਵਿੱਚੋਂ ਗੁਜ਼ਰਦੇ ਹੋਏ ਉਹਨੇ ਉਹ ਪੂਰੀ ਪ੍ਰੋਸੈਸ ਨੂੰ ਕਿਵੇਂ ਹੰਢਾਇਆ ਅਤੇ ਉਹ ਹੰਡਾਉਣ ਤੋਂ ਬਾਅਦ ਉਹ ਮਾਈਕਲ ਅਡਵਾਇਰ ਨੂੰ ਮਾਰਨ ਤੱਕ ਉਹ ਉਸ ਪੂਰੀ ਪ੍ਰੋਸੈਸ 'ਚ ਕਿਵੇਂ ਗੁਜ਼ਰ ਰਿਹਾ ਤੇ ਉਹਦੇ ਵਿੱਚ ਫਿਰ ਕਿਸ ਤਰ੍ਹਾਂ ਇੱਕ ਦੇਸ਼ ਦਾ ਮਸਲਾ ਹੈ, ਕਿਸ ਤਰ੍ਹਾਂ ਅਧਿਕਾਰਾਂ ਦਾ ਮਸਲਾ ਹੈ, ਕਿਸ ਤਰ੍ਹਾਂ ਇੱਕ ਆਜ਼ਾਦ ਫਿਜ਼ਾ ਦੇ ਲਈ ਸੰਘਰਸ਼ ਕਰਨ ਦਾ ਮਸਲਾ ਹੈ, ਹਾਂਜੀ ਉਹਨੂੰ ਇੰਨੇ ਸਹਿ ਤਰੀਕੇ ਨਾਲ ਦਿਖਾਇਆ। ਮਤਲਬ ਚਾਹੇ ਉਹ LGBT ਦਾ ਮੁੱਦਾ ਹੋਵੇ, ਚਾਹੇ ਉਹ ਕਿਸੇ ਵੀ ਪੈਟਰੋਟਿਕ ਫਿਲਮ ਦਾ ਮੁੱਦਾ ਹੋਵੇ, ਤੇ ਜਾਂ ਈਵਨ ਮੈਂ ਇਹ ਵੀ ਦੇਖਦਾ ਹੁੰਦਾ ਕਿ ਜਿੰਨੀਆਂ ਵੀ ਪੰਜਾਬ ਦੇ 1984 ਦੇ ਦੌਰ ਦੀਆਂ ਫਿਲਮਾਂ ਨੇ, ਹਾਂਜੀ ਉਸ ਦੇ ਅੰਦਰ ਵੀ ਜਦੋਂ ਕਿਸੇ ਈਵਨ ਖਾੜਕੂ ਨੂੰ ਵੀ ਦਿਖਾਇਆ ਜਾਂਦਾ ਤੇ ਉਹ ਬੁਲੇਟ ਉਹਦੇ ਕੋਲ ਹੁੰਦਾ ਆ, ਮੋਟਰਸਾਈਕਲ ਜਾਂ ਉਹਦੀ ਯੂਨੀਫਾਰਮ ਨੂੰ ਉਸ ਤਰ੍ਹਾਂ ਦਿਖਾਇਆ ਜਾਂਦਾ, ਪਰ ਉਹਦੇ ਆਮ ਘਰਾਂ ਦੇ ਕਾਕੇ ਸੀ ਜਿਹੜੇ ਉਸ ਸਟਰਗਲ ਦੇ ਵਿੱਚ ਚਲੇ ਗਏ। ਉਹਨਾਂ ਦਾ ਆਮ ਹੀ ਰਹਿਣ ਸਹਿਣ ਸੀ, ਆਮ ਹੀ ਖਾਣ ਪਾਣ ਸੀ, ਆਮ ਹੀ ਉਹਨਾਂ ਦਾ ਟ੍ਰੀਟਮੈਂਟ ਸੀ, ਆਮ ਹੀ ਇੱਕ ਪ੍ਰੋਸੈਸ ਸੀ ਜਿਸ ਦੇ ਵਿੱਚ ਉਹ ਉਸ ਦੇ ਵਿੱਚ ਚਲੇ ਗਏ ਕਿ ਸਟਰਗਲ ਕਰਨਾ ਆ। ਪਰ ਸਿਨੇਮਾ ਹਮੇਸ਼ਾ ਇਸ ਨੂੰ ਬਹੁਤ ਸਹਿਜ ਨਹੀਂ ਦਿਖਾਉਂਦਾ। ਜਦੋਂ ਸਹਿਜ ਨਹੀਂ ਦਿਖਾਉਂਦਾ ਫਿਰ ਉਹ ਕਈ ਵਾਰ ਫਿਲਮ ਬੈਨ ਵੀ ਹੋ ਜਾਂਦੀ ਹੈ, ਕਈ ਵਾਰ ਬੈਨ ਨਾ ਵੀ ਹੋਏਗੀ ਤੇ ਵੇਖਣ ਵਾਲਾ ਚੈਲੰਜ ਲੈਂਦਾ ਕਿ ਇਹ ਫਿਲਮ ਅਸੀਂ ਵੇਖਣੀ ਹੈ ਜਾਂ ਨਹੀਂ ਵੇਖਣੀ। ਸੋ ਇਹ ਸਟਰਗਲ ਮੈਨੂੰ ਲੱਗਦਾ ਕਿ ਬਹੁਤ ਵੱਡਾ ਆ ਤੇ ਹਾਂਜੀ ਖਤਮ ਕਿਵੇਂ ਹੋ ਸਕਦਾ? ਇਹ ਸਾਰਾ ਕੁਝ ਹੁਣ ਕੰਟਰੀ ਦੇ ਪੋਲੀਟੀਕਲ ਕਲਾਈਮੇਟ ਤੇ ਵੀ ਬਹੁਤ ਡਿਪੈਂਡ ਕਰਦਾ ਹੈ। ਪੋਲੀਟੀਕਲ ਕਲਾਈਮੇਟ ਤੇ ਸਾਡਾ ਜਿਹੜਾ ਸਮਾਜ ਵੀ ਜਿੱਥੇ ਹੁਣ ਜਿਸ ਪਾਸੇ ਨੂੰ ਜਾ ਰਿਹਾ ਹੈ, ਬਹੁਤ ਹੀ ਡਾਇਕੋਟੋਮੀ ਜੀ ਹੋ ਗਈ ਹੈ ਨਾ ਸਮਾਜ ਵਿੱਚ, ਬਹੁਤ ਦੋ ਪੱਖ ਬਣ ਗਏ ਆ। ਬਿਲਕੁਲ। ਤੇ ਜੋ ਇੱਕ ਪੱਖ ਕਹਿਣਾ ਚਾਹੁੰਦਾ ਹੈ ਜਾਂ ਬਣਾਉਣਾ ਚਾਹੁੰਦਾ ਹੈ ਜਾਂ ਕ੍ਰੀਏਟ ਕਰਨਾ ਚਾਹੁੰਦਾ ਹੈ, ਦਿਖਾਉਣਾ ਚਾਹੁੰਦਾ ਹੈ, ਉਹ ਦੂਸਰਾ ਪੱਖ ਉਹਨੂੰ ਕਰਪਟ ਸਮਝਦਾ ਹੈ ਜਾਂ ਸਮਝਦਾ ਵੀ ਇਹ ਤਾਂ ਸਾਡੀ ਸੁਸਾਇਟੀ ਨੂੰ, ਸਮਾਜ ਨੂੰ ਇਹ ਤਾਂ ਵਿਗਾੜਿਆ ਜਾ ਰਿਹਾ। ਜੇ ਤੁਸੀਂ ਹੋਮੋਸੈਕਸ਼ੁਅਲਿਟੀ ਦੀ ਗੱਲ ਕਰ ਲਓ ਜਾਂ ਵੂਮਨਸ ਰਾਈਟਸ ਦੀ ਗੱਲ ਕਰ ਲਓ, ਇਕੁਆਲਿਟੀ ਦੀ ਗੱਲ ਕਰ ਲਓ, ਸੈਕੂਲਰਿਜ਼ਮ, ਰਿਲੀਜੀਅਸ ਇਕੁਆਲਿਟੀ ਦੀ ਗੱਲ ਕਰ ਲਓ, ਇਹ ਮੁੱਦੇ ਹੁਣ ਇਹੋ ਜਿਹੇ ਹੈਗੇ ਜਿਨ ਮਤਲਬ ਇਹ ਕਿੰਨੀ ਨਾਰਮਲ ਜੀ ਗੱਲ ਹੈ ਸਾਡੇ ਲਈ ਕਿ ਇਟਸ ਸੋ ਸਿੰਪਲ। ਇਕੁਆਲਿਟੀ, ਦੈਟਸ ਆਲ। ਇਕੁਆਲਿਟੀ ਆਫ ਤੁਹਾਡੀ ਪਰਸਨਲ ਲਾਈਫ ਦੇ ਚੋਇਸਿਸ, ਇਕੁਆਲਿਟੀ ਆਫ ਜੈਂਡਰਸ, ਇਕੁਆਲਿਟੀ ਆਫ ਰਿਲੀਜਨਸ, ਕਿੰਨਾ ਬੇਸਿਕ, ਕਿੰਨੀ ਬੇਸਿਕ ਜੀ ਚੀਜ਼ ਹੈ, ਬੇਸਿਕ ਪੁਆਇੰਟ ਹੈ। ਬਿਲਕੁਲ। ਉਹਦੇ ਉੱਤੇ ਅਸੀਂ ਐਜ਼ ਅ ਕੰਟਰੀ ਦੋ ਧਿਰਾਂ ਬਣੀਆਂ ਹੋਈਆਂ। ਇੰਨੀ ਇੱਕ ਸਿੰਪਲ ਜੀ ਗੱਲ ਹੈ ਇਕੁਆਲਿਟੀ, ਬਰਾਬਰੀ, ਉਹੀ ਨਹੀਂ ਸਮਝ ਪਾ ਰਹੇ ਅਸੀਂ। ਤੁਸੀਂ ਲਿਖਣਾ ਸ਼ੁਰੂ ਤੋਂ ਸਟਾਰਟ ਕੀਤਾ ਸੀ ਜਾਂ ਮਤਲਬ ਬਹੁਤ ਬਾਅਦ ਦੇ ਵਿੱਚ ਆਏ? ਕਹਾਣੀਆਂ ਨਹੀਂ ਸੀ ਮੈਂ ਉਹਨਾਂ ਲਿਖਦੀ, ਮੈਂ ਪਰਸਨਲ ਅਕਾਊਂਟਸ ਲਿਖਦੀ ਹੁੰਦੀ ਸੀ ਵੀ ਆਪਣੀ ਪਰਸਨਲ ਲਾਈਫ ਬਾਰੇ ਡਾਇਰੀ ਲਿਖਣੀ। ਉਹਨੂੰ ਕੋਸ਼ਿਸ਼ ਕਰਦੀ ਸੀ ਵੀ ਜਿੰਨਾ ਸੋਹਣੇ ਤਰੀਕੇ ਨਾਲ ਲਿਖ ਸਕਾਂ, ਕੋਈ ਇੰਟਰਸਟਿੰਗ ਤਰੀਕੇ ਨਾਲ ਆਪਣਾ ਕੋਈ ਵਿਚਾਰ ਲਿਖ ਸਕਾਂ, ਉਹ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਸੀ। ਲੋਕਾਂ ਲਈ ਚਿੱਠੀਆਂ ਮੈਂ ਬਹੁਤ ਲਿਖਦੀ ਸੀ, ਬਹੁਤ। ਹਾਂ, ਮੈਂ ਚਿੱਠੀਆਂ ਲਿਖਦੀ ਹੁੰਦੀ ਸੀ ਘਰਦਿਆਂ ਨੂੰ ਵੀ, ਦੋਸਤਾਂ ਨੂੰ ਵੀ। ਈਮੇਲਸ ਤੱਕ ਤਾਂ ਮੈਂ ਬਹੁਤ ਦੇਰ ਬਾਅਦ ਪਹੁੰਚੀ ਹਾਂ ਐਕਚੁਅਲੀ। ਮੈਂ ਕਾਫੀ ਦੇਰ ਤੱਕ ਇੰਟਰਨੈਟ ਆਉਣ ਤੋਂ ਬਾਅਦ ਵੀ ਮੈਂ ਚਿੱਠੀਆਂ ਲਿਖਦੀ ਹੁੰਦੀ ਸੀ। ਹੌਲਮਾਰਕ ਦੀ ਇੱਥੇ ਆਰਚੀਜ਼ ਦੀ ਇੱਕ ਸ਼ਾਪ ਸੀ, ਉੱਥੇ ਮੈਂ ਉਹਨਾਂ ਦੀ ਰੈਗੂਲਰ ਕਸਟਮਰ ਹੁੰਦੀ ਸੀ। ਸਕੂਲ ਤੋਂ ਬਾਅਦ ਡੇਲੀ ਮੈਂ ਸਾਈਕਲ ਉੱਥੇ ਰੋਕਣਾ ਅਤੇ ਐਟਲੀਸਟ ਘੰਟਾ ਮੈਂ ਉੱਥੇ ਬਿਤਾਉਣਾ ਬਈ ਕੋਈ ਵੀ ਨਵੇਂ ਕਾਰਡਸ ਜਿਹੜੇ ਆਏ ਆ ਉਹਨਾਂ ਨੂੰ ਲੈ ਕੇ ਫਿਰ ਮੈਂ ਉਹਨਾਂ ਦੇ ਅੰਦਰ ਆਪਣੇ ਵੱਲੋਂ ਲਿਖਦੀ ਸੀ ਜੇ ਕਿਸੇ ਨੂੰ ਦੇਣਾ। ਮੇਰੇ ਕੋਲ ਢੇਰ ਪਏ ਹੋਏ ਆ ਗ੍ਰੀਟਿੰਗ ਕਾਰਡਸ ਦੇ ਜਿਹੜੇ ਮੈਂ ਯੂਜ਼ ਨਹੀਂ ਕੀਤੇ ਕਦੀ, ਉਹ ਮੈਂ ਸਾਂਭ ਕੇ ਰੱਖੇ ਹੋਏ ਆ। ਸੋ ਹਾਂ, ਇਸ ਤਰ੍ਹਾਂ ਦੀ ਕੁਝ ਰਾਈਟਿੰਗ ਮੈਂ ਕਰਦੀ ਹੁੰਦੀ ਸੀ। ਬਾਲੀਵੁੱਡ 'ਚ, ਫਿਲਮਾਂ 'ਚ ਮੈਨੂੰ ਇੰਟਰਸਟ ਹਮੇਸ਼ਾ ਤੋਂ ਸੀਗਾ। ਕਿਸੇ ਤਰ੍ਹਾਂ ਉੱਥੇ ਜੁੜਾਂ। ਪਹਿਲਾਂ ਤਾਂ ਐਜ਼ ਸਟੂਪਿਡ ਚਾਈਲਡਹੁੱਡ ਡ੍ਰੀਮ ਵੀ ਮੈਂ ਐਕਟਿੰਗ ਕਰਨੀ ਹੈ, ਬਟ ਜਿਵੇਂ ਜਿਵੇਂ ਵੱਡੀ ਹੋਈ ਮੇਰਾ ਥੋੜ੍ਹਾ ਡਾਇਰੈਕਸ਼ਨ ਵੱਲ ਮੈਨੂੰ ਸੀ ਵੀ ਮੈਂ ਥੋੜ੍ਹਾ ਨੋਟਿਸ ਕਰਦੀ ਹੁੰਦੀ ਸੀ, ਅੱਛਾ ਫਿਲਮ ਕਿਵੇਂ ਬਣਾਈ ਹੈ, ਕੀ ਐਂਗਲ ਸੀ ਕੈਮਰੇ ਦਾ। ਤੁਹਾਡੀਆਂ ਫਿਲਮਾਂ ਜੋ ਦੇਖਦੇ ਆਪਾਂ, ਲਿਪਸਟਿਕ ਅੰਡਰ ਮਾਈ ਬੁਰਕਾ, ਫਿਰ ਸੋਨਮ ਕਪੂਰ ਦੀ ਇੱਕ ਲੜਕੀ ਕੋ ਦੇਖਾ ਤੋ ਐਸਾ ਲਗਾ, ਜਾਂ ਕਰੀਬ ਕਰੀਬ ਸਿੰਗਲ, ਹਾਂਜੀ,
ਉਹਨਾਂ ਦੇ ਅੰਦਰ ਵੂਮਨ ਸੈਂਟਰਿਕ ਅਪਰੋਚ ਨੂੰ ਲੈ ਕੇ ਕਾਫੀ ਤੁਸੀਂ ਸਹਿਜ ਵੀ ਚੱਲੇ ਹੋਏ ਹੋ, ਤੇ ਉਹਨੂੰ ਪੇਸ਼ ਕਰਨ ਲੱਗਿਆਂ ਤੁਹਾਡੇ ਜਿਹੜੇ ਡਾਇਲੌਗ ਨੇ ਜਾਂ ਜਿਸ ਤਰ੍ਹਾਂ ਦਾ ਵੀ ਸਕਰੀਨ ਪਲੇ ਆ, ਉਸ ਦੇ ਅੰਦਰ ਇੱਕ ਬਹੁਤ ਖਾਸ ਤਰ੍ਹਾਂ ਦੀ ਇੱਕ ਕਰਾਫਟ ਵੀ ਹੈਗਾ ਆ, ਵੀ ਮਤਲਬ ਇੱਕ ਨੈਚੁਰਲ ਹੈ ਜਾਂ ਪੂਰਾ ਸੋਚ ਸਮਝ ਕੇ ਸੀ ਵੀ ਤੁਹਾਨੂੰ ਵੀ ਇਸ ਤਰ੍ਹਾਂ ਦਾ ਪ੍ਰੋਟੈਗਨਿਸਟ ਇਸ ਤਰ੍ਹਾਂ ਪੇਸ਼ ਕਰਨਾ ਚਾਹੀਦਾ। ਪਤਾ ਕਿ ਮੈਂ ਆਪਣੇ 'ਚ ਵੀ ਐਕਚੁਅਲੀ ਕਈ ਰਾਈਟਰਸ 'ਚ ਆਬਜ਼ਰਵ ਕੀਤਾ ਹੈ ਕਿ ਤੁਸੀਂ ਪ੍ਰੋਟੈਗਨਿਸਟ ਕਿਸੇ ਵੀ ਦੌਰ ਦਾ ਜਾਂ ਕਿਸੇ ਵੀ ਸੈਟਿੰਗ ਵਿੱਚ ਤੁਸੀਂ ਲਿਖਿਆ ਹੋਵੇ, ਤੁਹਾਡੇ ਆਪਣੀਆਂ ਕੁਝ ਪਰਸਨੈਲਿਟੀ ਟ੍ਰੇਟਸ ਉਹਦੇ ਵਿੱਚ ਆਉਂਦੀਆਂ ਹੀ ਆਉਂਦੀਆਂ। ਉਹ ਕਈ ਵਾਰ ਅਨਕੌਂਸ਼ੀਅਸਲੀ ਹੁੰਦਾ ਹੈ, ਸਬਕੌਂਸ਼ੀਅਸਲੀ ਹੁੰਦਾ ਹੈ, ਕਈ ਵਾਰ ਕੌਂਸ਼ੀਅਸਲੀ ਹੁੰਦਾ ਹੈ। ਸੋ ਆਈ ਐਮ ਸ਼ੋਰ ਮੈਂ ਮਤਲਬ ਮੈਨੂੰ ਕਿਹਾ ਵੀ ਹੈ ਲੋਕਾਂ ਨੇ ਕਿ ਕੁਝ ਮੇਰੀਆਂ ਪਰਸਨੈਲਿਟੀ ਟ੍ਰੇਟਸ ਹੈਗੀਆਂ ਮੇਰੇ ਫੀਮੇਲ ਕੈਰੈਕਟਰਸ 'ਚ। ਲਿਪਸਟਿਕ ਅੰਡਰ ਮਾਈ ਬੁਰਖਾ 'ਚ ਤਾਂ ਮੈਂ ਨਹੀਂ ਕਹਾਂਗੀ ਕਿਉਂਕਿ ਉਹਦੇ 'ਚ ਤਾਂ ਕੈਰੈਕਟਰਸ ਮੈਂ ਨਹੀਂ ਕ੍ਰੀਏਟ ਕੀਤੇ, ਉਹਨਾਂ ਨੂੰ ਆਵਾਜ਼ ਮੈਂ ਦਿੱਤੀ ਹੈ, ਡਾਇਲੌਗਸ ਮੇਰੇ ਹੈ, ਪਰ ਕੈਰੈਕਟਰਸ ਜਿਹੜੇ ਉਹ ਅਲੰਕ੍ਰਿਤਾ ਨੇ ਲਿਖੇ ਸੀ, ਉਹਨਾਂ ਦੇ ਬਣਾਏ ਹੋਏ ਨੇ। करीब करीब सिंगल विच ते एक लड़की को देखा तो ऐसा लगा विच काफ़ी मैं अपनी पर्सनल लाइफ चों पाया है, अपने अपने अंदर दा काफ़ी मैं एक्सपीरियंसिस कह लो या पर्सनैलिटी कह लो, वो मैं क्योंकि ये मैं ਤਾਂ ਸਮਝਣਾ ਚਾਹੁੰਦਾ ਆ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਿਉਂਕਿ ਬਹੁਤ ਸੋਸਾਇਟੀ ਦੇ ਅੰਦਰ ਇੱਕ ਵੱਡਾ ਬਿਰਤਾਂਤ ਚੱਲਦਾ, ਨੈਰੇਟਿਵ ਚੱਲਦਾ ਕਿ ਬੰਦੇ ਨੂੰ ਜਨਾਨੀ ਨਹੀਂ ਸਮਝ ਸਕਦੀ, ਜਨਾਨੀ ਨੂੰ ਬੰਦਾ ਨਹੀਂ ਸਮਝ ਸਕਦਾ। ਆਪਾਂ ਆਮ ਹੀ ਦੇਖਦੇ ਹਾਂ ਵੀ ਬੰਦੇ ਕਹਿੰਦੇ ਆ ਵੀ ਜਨਾਨੀ ਨੂੰ ਨਹੀਂ ਸਮਝਿਆ ਜਾ ਸਕਦਾ, ਜਾਂ ਮਤਲਬ ਇਹ ਜਨਾਨੀਆਂ ਕਹਿ ਦਿੰਦੀਆਂ ਕਿ ਬੰਦੇ ਸਾਨੂੰ ਨਹੀਂ ਸਮਝ ਸਕਦੇ। ਪਰ ਜਦੋਂ LGBT ਤੇ ਗੱਲ ਆਵੇ, ਮੈਂ ਇਹ ਸੋਚਦਾ ਹੁੰਦਾ ਵੀ LGBT ਤੇ ਫਿਰ ਉਸ ਤੋਂ ਵੀ ਵੱਡਾ ਸਟਰਗਲ ਹੈ। ਹਾਂਜੀ, ਉਹਨਾਂ ਨੂੰ ਕਿਵੇਂ ਸਮਝਿਆ ਜਾਵੇ, ਹਾਂਜੀ, ਜਾਂ ਮਤਲਬ ਕਿ ਵਾਕਈ ਕੀ ਸਮਝਣ ਦੀ ਲੋੜ ਹੈ। ਮਤਲਬ ਜਿਵੇਂ ਸਾਡੇ ਇੱਥੇ ਵਾਰ-ਵਾਰ ਕੁਛ ਇਸ ਤਰ੍ਹਾਂ ਦੇ ਟਰਮ ਦਿੱਤੇ ਜਾਂਦੇ ਆ, ਬੀ ਅ ਮੈਨ, ਬੀਇੰਗ ਅ ਵੂਮਨ, ਜਾਂ ਉਸ ਤਰ੍ਹਾਂ ਦੀ ਪੂਰੀ ਉਹ ਇੱਕ ਪੂਰਾ ਸੋਸਾਇਟੀ ਦੇ ਅੰਦਰ ਪ੍ਰੈਕਟਿਸ ਚੱਲਦੀ ਆ। ਹਾਂਜੀ, ਬॉयਜ਼ ਡੋਨਟ ਕਰਾਈ। ਹਾਂ, ਯੈਸ। ਦੇਖੋ ਇਹ ਤਾਂ ਆਈ ਨੋ ਇੱਕ ਆਦਮੀ ਲਈ ਔਰਤ ਦੀ ਲਾਈਫ ਐਕਸਪੀਰੀਐਂਸਿਸ ਸਮਝਣਾ ਔਖਾ ਹੈ। ਉਹ ਇਸ ਕਰਕੇ ਵੀ ਹੈ ਕਿਉਂਕਿ ਔਰਤ ਦੇ ਪਰਸਪੈਕਟਿਵ ਤੋਂ ਕਹਾਣੀਆਂ ਕਈਆਂ ਹੀ ਨਹੀਂ ਗਈਆਂ। ਐਜ਼ ਵਿਮਨ ਵੀਵ ਸੀਨ, ਮਤਲਬ ਅਸੀਂ ਤਾਂ ਸਾਰੀਆਂ ਕਹਾਣੀਆਂ ਮੇਲ ਰਾਈਟਰਸ ਵੱਲੋਂ, ਮੇਲ ਡਾਇਰੈਕਟਰਸ ਵੱਲੋਂ, ਮੇਲ ਪ੍ਰੋਟੈਗਨਿਸਟਸ ਬਾਰੇ ਅਸੀਂ ਤਾਂ ਸਾਰੀਆਂ ਕਹਾਣੀਆਂ ਦੇਖੀਆਂ ਹੋਈਆਂ। ਸੋ ਆਈ ਥਿੰਕ ਆਦਮੀਆਂ ਨੂੰ ਸਮਝਣਾ ਸ਼ਾਇਦ ਔਰਤਾਂ ਲਈ ਰਿਲੇਟਿਵਲੀ ਜ਼ਿਆਦਾ ਆਸਾਨ ਹੈ, ਪਰ ਆਦਮੀ ਜਿਹੜਾ ਹੈ ਉਹ ਪੇਟਰੀਆਰਕੀ ਦਾ ਜਿਹੜਾ ਸਾਡਾ ਕਨਸੈਪਟ ਰਿਹਾ ਉਹ ਇਹੋ ਜਿਹਾ ਹੈ ਕਿ ਮੈਨ ਇਜ਼ ਦ ਵਨ ਹੂ ਇਜ਼ ਇੰਪੋਰਟੈਂਟ, ਮੈਨ ਇਜ਼ ਦ ਵਨ ਹੂ ਵਿਲ ਡਰਾਈਵ ਦ ਨੈਰੇਟਿਵ। ਸੋ ਇਸ ਲਈ ਆਦਮੀਆਂ ਨੇ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਔਰਤਾਂ ਨੂੰ ਜਾਂ ਉਹਨਾਂ ਦੇ ਨਜ਼ਰੀਏ ਤੋਂ ਕਹਾਣੀਆਂ ਸਮਝਣ ਦੀ, ਕਹਿਣ ਦੀ, ਦੁਨੀਆ ਸਮਝਣ ਦੀ। ਅਤੇ ਇਸ ਲਈ ਮੈਨੂੰ ਲੱਗਦਾ ਹੁਣ ਜਦ ਕਿ ਇਹ ਆਵਾਜ਼ਾਂ ਉੱਠ ਰਹੀਆਂ ਕਿ ਔਰਤਾਂ ਦੀ ਕਹਾਣੀ ਵੀ ਸਾਨੂੰ ਸੁਣਾਓ, ਔਰਤਾਂ ਦੇ ਨਜ਼ਰੀਏ ਪੱਖ ਤੋਂ ਸਾਨੂੰ ਦਿਖਾਓ। men are a little lost, ਉਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਅਸੀਂ ਕੀ ਕਰੀਏ। ਥੋੜ੍ਹੇ ਜਿਹੇ ਹੱਥ ਪੈਰ ਜੇ ਮਾਰਦੇ ਹੈ ਕਈ ਬੰਦੇ, ਪਰ ਉਨੀ ਆਥੈਂਟਿਸਿਟੀ ਆ ਨਹੀਂ ਪਾਉਂਦੀ। ਇਸ ਲਈ ਹੁਣ ਅੱਜ ਕੱਲ੍ਹ ਤੁਸੀਂ ਦੇਖੋਗੇ ਜਿਹੜੇ ਵੀ ਨਵੇਂ ਐਟਲੀਸਟ ਜਿਹੜੇ ਪੋਲੀਟੀਕਲੀ ਕਰੈਕਟ ਹੋਣਾ ਚਾਹੁੰਦੇ ਹੈ ਪ੍ਰੋਡਿਊਸਰਸ ਜਾਂ ਪ੍ਰੋਡਕਸ਼ਨ ਹਾਊਸਿਸ ਜਿਵੇਂ ਨੈਟਫਲਿਕਸ, ਐਮਾਜ਼ਨ ਵਗੈਰਾ ਹੋਏ, ਉਹਨਾਂ ਨੂੰ ਹੁੰਦਾ ਵੀ ਜੇ ਕੋਈ ਰਾਈਟਰਸ ਰੂਮ ਹੈਗਾ, ਬਹੁਤ ਸਾਰੇ ਰਾਈਟਰਸ ਇਕੱਠੇ ਮਿਲ ਕੇ ਕੁਛ ਲਿਖ ਰਹੇ, ਉਹਦੇ 'ਚ ਫੀਮੇਲ ਪ੍ਰੈਜ਼ੈਂਸ ਹੋਣੀ ਚਾਹੀਦੀ ਹੈ, ਸੋ ਦੈਟ ਯੂ ਨੋ ਦ ਫੀਮੇਲ ਕੈਰੈਕਟਰਸ ਪੁਆਇੰਟ ਆਫ ਵਿਊ। ਅਤੇ ਇਹ ਇੱਕ ਤਰ੍ਹਾਂ ਨਾਲ ਇੰਟਰਸਟਿੰਗ ਵੀ, ਮਤਲਬ ਠੀਕ ਵੀ ਹੈ, ਪਰ ਫਿਰ ਇਹ ਵੀ ਸਵਾਲ ਖੜਾ ਹੁੰਦਾ ਵੀ ਤੁਹਾਨੂੰ ਔਰਤ ਇਸ ਲਈ ਚਾਹੀਦੀ ਹੈ ਕਿ ਉਹ ਔਰਤ ਨੂੰ ਸਮਝ ਸਕੇ ਅਤੇ ਉਹਦੀ ਕਹਾਣੀ ਦੱਸ ਸਕੇ। ਇਹਦਾ ਮਤਲਬ ਜੇ ਬੰਦੇ ਦੀ ਕਹਾਣੀ ਹੈ ਤਾਂ ਤੁਸੀਂ ਫਿਰ ਵੀ ਔਰਤ ਨੂੰ ਨਹੀਂ ਲਓਗੇ, ਬਿਕੋਜ਼
ਉਹ ਨਹੀਂ ਸਮਝ ਸਕਦੀ, ਤੁਸੀਂ ਸੋਚਦੇ ਹੋ ਉਹ ਬੰਦੇ ਨੂੰ ਨਹੀਂ ਸਮਝ ਸਕਦੀ। ਫॉर एग्जांपल ਤੁਸੀਂ ਪਾਤਾਲ ਲੋਕ ਵਰਗਾ ਸ਼ੋਅ ਲਓ, ਆਈ ਅਗਰੀ ਉਹ ਸਾਰਾ ਟੈਸਟੋਸਟਰੋਨ ਹੀ ਬੜਾ ਸ਼ੋਅ ਹੈਗਾ, ਸਾਰਾ ਬੰਦਿਆਂ ਨੇ ਲਿਖਿਆ ਉਹਦੇ 'ਚ, ਵਿਚ ਇਜ਼ ਵਾਈ ਆਈ ਡੋਂਟ ਸੀ ਐਨੀ ਫੀਮੇਲ ਪੁਆਇੰਟ ਆਫ ਵਿਊ ਇਨ दैट। ਉਹਦੇ 'ਚ ਇੰਨਾ ਇੰਪੋਰਟੈਂਟ ਇੱਕ ਟਰਾਂਸਜੈਂਡਰ ਕੈਰੈਕਟਰ ਹੈ, ਆਈ ਐਮ ਸ਼ੋਰ ਉਹਦੇ 'ਤੇ ਬਹੁਤ ਰਿਸਰਚ ਕੀਤੀ ਗਈ ਹੈ, ਬਹੁਤ ਟੱਚਿੰਗ ਮੂਮੈਂਟਸ ਵੀ ਹੈ, ਪਰ ਮੈਨੂੰ ਉਹਦੇ ਵਿੱਚ ਪ੍ਰੋਬਲਮਸ ਦਿਖੀਆਂ ਤੇ ਬਿਕੋਜ਼ ਇਹ ਇਹੋ ਜਿਹੇ ਸਬਜੈਕਟਸ ਹੈ ਜਿਹੜੇ ਆਦਮੀਆਂ ਨੇ ਕਦੀ ਇਸ ਪੱਖੋਂ ਦੁਨੀਆ ਦੇਖੀ ਨਹੀਂ ਹੈ, ਇਸ ਲੈਂਸ ਵਿੱਚੋਂ ਦੁਨੀਆ ਨਹੀਂ ਦੇਖੀ, ਤੇ ਹਜੇ ਵੀ ਉਹ ਸਪੇਸ ਨਹੀਂ ਬਣਾ ਰਹੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਇਸ ਲੈਂਸ ਤੋਂ ਦੇਖੀ ਹੋਈ ਹੈ ਦੁਨੀਆ। ਉਹਦਾ ਕਾਰਨ ਮੈਨੂੰ ਐ ਵੀ ਮਹਿਸੂਸ ਹੁੰਦਾ ਵੀ ਜਿਹੜੀ ਮੈਂ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਸਹਿਜ 'ਚ ਕੁਝ ਨਹੀਂ ਹੈ, ਇੰਜ ਲੱਗ ਰਿਹਾ ਹੈ ਕਿ ਮਸਲਾ ਇਹ ਤੇ ਨਹੀਂ ਹੈਗਾ ਕਿ ਬੰਦਾ ਬੁਰਾ ਹੈ, ਮਸਲਾ ਇਹ ਵੀ ਨਹੀਂ ਹੈਗਾ ਵੀ ਜਨਾਨੀ ਬੁਰੀ ਹੈ, ਪਰ ਇੱਕ ਮੁਕਾਬਲਾ ਬਣਾਇਆ ਜਾ ਰਿਹਾ ਜੇ ਪ੍ਰੈਕਟਿਸ ਵੀ ਕੀਤੀ ਜਾਂਦੀ ਹੈ, ਚਾਹੇ ਉਹ ਫੈਮਿਨਿਸਟ ਪ੍ਰੈਕਟਿਸ ਹੋਵੇ ਜੀ, ਚਾਹੇ ਉਹ ਕਿਸੇ ਵੀ ਮਤਲਬ ਮਰਦਾਨਾ ਪ੍ਰੈਕਟਿਸ ਹੋਵੇ, ਉਸ ਦੇ ਅੰਦਰ ਹੈ ਇੱਕ ਮੁਕਾਬਲਾ ਚੱਲ ਰਿਹਾ। ਉਸ ਦੇ ਵਿੱਚ ਫਿਰ ਉਸੇ ਤਰ੍ਹਾਂ ਦੇ ਸਟੀਰੀਓਟਾਈਪਡ ਕਰੈਕਟਰ ਹੈ, ਉਸੇ ਤਰ੍ਹਾਂ ਦਾ ਸਟੀਰੀਓਟਾਈਪਡ ਟ੍ਰੀਟਮੈਂਟ ਹੈ, ਚਾਹੇ ਉਹ ਕਿਸੇ ਸੀਰੀਜ਼ 'ਚ ਹੋਵੇ, ਚਾਹੇ ਉਹ ਕਿਸੇ ਫਿਲਮ ਦੇ ਅੰਦਰ ਹੋਵੇ। ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਕੋਈ ਹੈ ਰਸਤਾ? ਆਈ ਥਿੰਕ ਮੁਕਾਬਲਾ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਬੰਦਿਆਂ ਤੇ ਔਰਤਾਂ ਦੇ ਦਰਮਿਆਨ ਹੈ, ਇਹ ਮੁਕਾਬਲਾ ਇਸ ਕਰਕੇ ਬਣਿਆ ਕਿਉਂਕਿ ਹੁਣ ਔਰਤਾਂ ਨੇ ਆਪਣੇ ਹੱਕ ਮੰਗਣੇ ਸ਼ੁਰੂ ਕੀਤੇ ਹੈ। ਉਹ ਹੁਣ ਕਹਿ ਰਹੇ ਹਨ ਬਈ ਗਿਵ ਅਸ ਸਪੇਸ, ਵੀ ਸਾਡੇ ਕੋਲ ਵੀ ਕਹਾਣੀਆਂ ਹੈ ਕਹਿਣ ਲਈ, ਤੇ ਸਾਨੂੰ ਵੀ ਆਡੀਅנס ਚਾਹੀਦੀ ਹੈ, ਤੇ ਸਾਨੂੰ ਓਪਰਚੁਨਿਟੀਜ਼ ਚਾਹੀਦੀਆਂ, ਸਾਨੂੰ ਸਪੇਸ ਚਾਹੀਦੀ ਹੈ। ਮਤਲਬ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਜੋੜ ਦੇਵਾਂ ਕਿ ਮੈਂ ਜਦੋਂ ਉਹਨੂੰ ਬਿਲਕੁਲ ਨਾਰਮਲ ਰਿਸਰਚ ਕਰਦਾ ਤਾਂ ਮੈਂ ਦੇਖਦਾ ਵੀ ਸ਼ੰਘਾਈ ਲਿਖਣ ਵਾਲੀ ਬੀਬੀ ਹੈ, ਜਾਂ ਮਾਈ ਨੇਮ ਇਜ਼ ਖਾਨ ਨੂੰ ਲਿਖਣ ਵਾਲੀ ਕੋਈ ਕੁੜੀ ਹੈ, ਪਰ ਫਿਰ ਵੀ ਉਹ ਚਰਚਾ 'ਚ ਨਹੀਂ ਆਉਂਦੇ। ਕੋਈ ਵੀ ਡਾਇਰੈਕਟਰ, ਜਿਹੜੀ ਵੂਮਨ ਡਾਇਰੈਕਟਰ ਜਾਂ ਵੂਮਨ ਰਾਈਟਰ, ਉਦੋਂ ਹੀ ਚਰਚਾ 'ਚ ਆਉਂਦੀ ਜਦੋਂ ਵੂਮਨ ਸਬਜੈਕਟ 'ਤੇ ਲਿਖ ਰਹੀ ਹੈ। ਪਹਿਲੀ ਗੱਲ ਤਾਂ ਰਾਈਟਰ, ਜਿਹੜੇ ਤੁਸੀਂ ਟਾਈਮ ਦੀ ਗੱਲ ਕਰ ਰਹੇ ਹੋ, ਉਦੋਂ ਤਾਂ ਰਾਈਟਰਸ ਦੀ ਗੱਲ ਹੁੰਦੀ ਹੀ ਨਹੀਂ ਸੀ। ਰਾਈਟਰਸ ਨੂੰ ਕੋਈ ਨਹੀਂ ਸੀ ਪੁੱਛਦਾ ਉਹਨਾਂ ਨੂੰ। ਹੁਣ ਆਪਾਂ ਫਿਰ ਵੀ ਕਹਿ ਸਕਦੇ ਹਾਂ ਕਿ ਮਕਬੂਲ ਤੋਂ ਬਾਅਦ ਚੀਜ਼ਾਂ ਲਗਾਤਾਰ ਬਦਲੀਆਂ। ਮਕਬੂਲ ਤੋਂ ਬਾਅਦ ਬਾਕਾਇਦਾ ਇਹਦੀ ਚਰਚਾ ਹੋਈ ਹੈ, ਬਾਕਾਇਦਾ ਸਿਨੇਮਾ ਦੇ ਅੰਦਰ ਇੱਕ ਵੱਡਾ ਨੈਰੇਟਿਵ ਡਿਸਕਸ ਹੋਣਾ ਸ਼ੁਰੂ ਹੋ ਗਿਆ ਸੀ। ਪਰ ਇਹ ਵੀ ਮੈਂ ਡੈਫੀਨਿਟਲੀ ਬਿਲੀਵ ਕਰਦੀ ਹਾਂ ਕਿ ਰਾਈਟਰਸ ਦੇ ਬਾਰੇ ਗੱਲ ਹੁੰਦੀ ਹੋਈ ਨਹੀਂ ਸੀ। ਇਟ ਵਾਜ਼ ਆਲਵੇਜ਼ ਈਦਰ ਦੀ ਐਕਟਰ ਜਾਂ ਦਾ ਡਾਇਰੈਕਟਰ। ਹਾਂ, ਜੇ ਕੋਈ ਡਾਇਰੈਕਟਰ ਲੜਕੀ ਹੈ ਤਾਂ ਜਿਵੇਂ ਜ਼ੋਇਆ ਅਖਤਰ, ਜਦੋਂ ਉਹਨਾਂ ਨੇ ਪਹਿਲੀ ਫਿਲਮ ਬਣਾਈ ਸੀ ਤਾਂ ਉਹ ਬੜੀ ਸੈਲੀਬ੍ਰੇਸ਼ਨ ਵਾਲੀ ਗੱਲ ਹੈ ਕਿ ਅੱਛਾ ਇੱਕ ਔਰਤ ਨੇ ਬਣਾਈ ਹੈ। ਬਟ ਫੀਮੇਲ ਰਾਈਟਰਸ ਦੀ ਮੇਰੇ ਹਿਸਾਬ ਨਾਲ ਕਦੀ ਕੋਈ ਗੱਲ ਨਹੀਂ ਸੀ ਹੋਈ। ਹੁਣ ਕਾਮਨਾ ਚੰਦਰਾ ਜੀ ਹੈ ਜਿਨ੍ਹਾਂ ਨੇ ਪ੍ਰੇਮ ਰੋਗ ਲਿਖੀ ਸੀ, ਜਸਟ ਸੱਚ ਅ ਬਿਊਟੀਫੁਲ ਸਟੋਰੀ। ਬਿਲਕੁਲ ਕਿਸੇ ਨੂੰ ਨਹੀਂ ਸੀ ਪਤਾ, ਮੈਨੂੰ ਤਾਂ 10 ਸਾਲ ਪਹਿਲਾਂ ਆ ਕੇ ਪਤਾ ਲੱਗਿਆ ਜਦੋਂ ਮੈਂ ਉਹਨਾਂ ਨਾਲ ਕੰਮ ਕੀਤਾ। ਉਹ ਤਾਂ ਸਿਰਫ ਰਾਜ ਕਪੂਰ ਦੀ ਫਿਲਮ ਮੰਨੀ ਗਈ ਹੈ ਨਾ, ਰਾਈਟ। ਰਾਜ ਕਪੂਰ ਡਾਇਰੈਕਟਰ ਸੀਗੇ, ਉਹ ਵੱਡਾ ਨਾਂ ਸੀਗੇ। ਰਾਈਟਰਸ ਦੀ ਪੁੱਛ ਥੋੜ੍ਹੀ ਹੋਣੀ ਮੇਰੇ ਹਿਸਾਬ ਨਾਲ ਤਾਂ 5-6 ਸਾਲਾਂ ਤੋਂ ਹੋਣੀ ਸ਼ੁਰੂ ਹੋਈ ਹੈ, ਜਦੋਂ ਰਾਈਟਰਸ ਦੀ ਹੁਣ 3 ਸਾਲਾਂ ਤੋਂ 2 ਸਾਲਾਂ ਤੋਂ ਫਿਲਮ ਕ੍ਰਿਟਿਕਸ ਰਾਈਟਰਸ ਦਾ ਨਾਂ ਲੈਂਦੇ ਆ, ਡਿਸਕਸ ਕਰਦੇ ਆ ਉਹਨਾਂ ਨੂੰ ਵੀ ਇਹਨਾਂ ਦਾ ਵੀ ਕੰਮ ਇਸ ਤਰ੍ਹਾਂ ਦਾ ਹੈ, ਇਹਨਾਂ ਨੇ ਇਹ ਲਿਖਿਆ। ਇੰਟਰਵਿਊਜ਼ ਥੋੜ੍ਹੀਆਂ ਬਹੁਤ ਹੁੰਦੀਆਂ। ਆਈ ਹੈਵ ਨਾਟ ਸੀਨ ਐਨੀ ਰਾਈਟਰਸ ਬੀਇੰਗ ਡਿਸਕਸਡ ਬਿਫੋਰ ਦਿਸ, ਜਾਂ ਉਹਨਾਂ ਨਾਲ ਕੋਈ ਇੰਟਰਵਿਊ ਹੋਵੇ। ਅਤੇ ਹੁਣ ਮੈਨੂੰ ਲੱਗਦਾ ਜਦੋਂ ਰਾਈਟਰਸ ਦੇ ਪ੍ਰੋਫੈਸ਼ਨ ਨੂੰ ਥੋੜ੍ਹੀ ਇੰਪੋਰਟੈਂਸ ਮਿਲਣ ਲੱਗੀ ਹੈ, ਜਿਹਦੇ ਕਰਕੇ ਥੋੜ੍ਹੀ ਬਹੁਤ ਫਾਈਨੈਂਸ਼ੀਅਲੀ ਵੀ ਇੰਪੋਰਟੈਂਸ ਮਿਲਣ ਲੱਗੀ ਹੈ ਰਾਈਟਰਸ ਨੂੰ, ਅਤੇ ਜਿਹੜੀ ਗਲਾਸ ਸੀਲਿੰਗ ਹੁੰਦੀ ਹੈ ਨਾ ਵੂਮਨ ਲਈ, ਨਾਓ ਦੈਟ ਸਟਾਰਟਡ ਕਮਿੰਗ ਇਨਟੂ ਪਲੇ, ਕਿਉਂਕਿ ਫਿਰ ਤੋਂ ਪੇਟਰੀਆਰਕੀ ਕਰਕੇ ਬੰਦੇ ਜਿਹੜੇ ਮੇਲ ਰਾਈਟਰਸ ਹੈ
वो being kept ahead of the female writers. ਉਹਨਾਂ ਨੂੰ ਕਹਾਣੀਆਂ ਵੀ ਜ਼ਿਆਦਾ ਚੰਗੀਆਂ ਲਿਖਣ ਨੂੰ ਮਿਲ ਰਹੀਆਂ ਸੀ, ਉਹਨਾਂ ਦੀਆਂ ਕਹਾਣੀਆਂ ਸੁਣੀਆਂ ਜਾ ਰਹੀਆਂ ਸੀ ਜ਼ਿਆਦਾ, ਇਸ ਕਰਕੇ ਫਾਈਨੈਂਸ਼ੀਅਲੀ ਵੀ ਉਹਨਾਂ ਨੂੰ ਬੈਨੀਫਿਟ ਕਾਫੀ ਜ਼ਿਆਦਾ ਮਿਲ ਰਿਹਾ ਸੀ। ਆਈ ਥਿੰਕ ਇਹ ਦੋਨੋਂ ਫੈਕਟਰ ਆਏ ਹੈ। ਇੱਕ ਤਾਂ ਫੈਕਟਰ ਇਹ ਹੈ ਕਿ ਰਾਈਟਰਸ ਦੇ ਬਾਰੇ ਹੁਣ ਗੱਲ ਹੋਣ ਲੱਗੀ ਹੈ। ਬਿਲਕੁਲ। ਜਦ ਵਿਜ਼ਿਬਿਲਿਟੀ ਵਿੱਚ ਆਉਣ ਲੱਗ ਗਏ ਰਾਈਟਰਸ, ਤਾਂ ਪਹਿਲਾਂ ਜਿਹੜੀਆਂ ਫੀਮੇਲ ਰਾਈਟਰਸ ਵੀ ਰਹੀਆਂ ਹੁਣ ਉਹਨਾਂ ਨੂੰ ਵੀ ਹੈ ਕਿ ਅੱਛਾ ਪਹਿਲਾਂ ਤਾਂ ਸਾਰੇ ਇਨਵਿਜ਼ੀਬਲ ਸੀ, ਬਟ ਨਾਓ when the male writers are visible, I need to be visible as well. ਮੈਨੂੰ ਵੀ ਇੱਕ ਸਟੈਂਡ ਚਾਹੀਦਾ। ਤੇ ਦੂਸਰਾ ਫੈਕਟਰ ਫਾਈਨੈਂਸ਼ੀਅਲ ਵੀ ਹੈ ਡੈਫੀਨਿਟਲੀ। ਦੇਖੋ ਕਹਿੰਦੇ ਮੁੜ ਖੁੜ ਕੇ ਕਹਾਣੀਆਂ ਤਾਂ ਉਨੀਆਂ ਕੀ ਹੁੰਦੀਆਂ ਜੀ, ਇੱਕ ਲਿਮਿਟਿਡ ਨੰਬਰ ਆਫ ਸਟੋਰੀਜ਼ ਹੀ ਹੁੰਦਾ, ਉਹਨਾਂ ਨੂੰ ਕਹਿਣ ਦਾ ਢੰਗ ਅਲੱਗ-ਅਲੱਗ ਹੁੰਦਾ ਹੈ, ਕਹਿਣ ਦੇ ਢੰਗ ਕਰਕੇ ਹੀ ਕੋਈ ਕਹਾਣੀ ਜ਼ਿਆਦਾ ਇੰਟਰਸਟਿੰਗ ਜਾਂ ਖਰਾਬ ਬਣਦੀ ਹੈ। ਤੇ ਹੁਣ ਮੇਬੀ ਸਾਰੀਆਂ ਕਹਾਣੀਆਂ ਕਈਆਂ ਜਾ ਚੁੱਕੀਆਂ, ਇਸ ਲਈ ਹੁਣ ਸਟੋਰੀ ਟੈਲਿੰਗ ਦੀ ਟੈਕਨੀਕ ਦੀ ਇੰਪੋਰਟੈਂਸ ਬਹੁਤ ਵੱਧ ਗਈ ਹੈ, ਵਿਚ ਇਜ਼ ਵਾਈ ਸਟੋਰੀ ਟੈਲਰਸ ਦੀ ਵੈਲਿਊ ਵੱਧ ਗਈ ਹੈ। ਇਸ ਤਰ੍ਹਾਂ ਦੀ ਆਬਜ਼ਰਵੇਸ਼ਨ ਇੱਕ ਮੇਰੀ ਪਾਰਟੀਸ਼ਨ ਮੂਵੀਜ਼ ਨੂੰ ਲੈ ਕੇ ਵੀ ਹੈ। ਓਕੇ। ਪਾਰਟੀਸ਼ਨ ਮੂਵੀਜ਼ ਦੇ ਅੰਦਰ ਜੇ ਪਾਕਿਸਤਾਨ ਕੋਈ ਫਿਲਮ ਬਣਾਏਗਾ ਤੇ ਉਹ ਵੀ ਇਹ ਦਿਖਾਏਗਾ ਕਿ ਹੀਰੋ ਪਾਕਿਸਤਾਨ ਦਾ, ਹੀਰੋਇਨ ਭਾਰਤ ਦੀ ਹੈ। ਹਾਂਜੀ। ਤੇ ਜਦੋਂ ਭਾਰਤ ਵਾਲੇ ਫਿਲਮ ਬਣਾਉਣਗੇ ਤੇ ਉਹਨਾਂ ਦੀ ਹੀਰੋਇਨ ਪਾਕਿਸਤਾਨ ਤੋਂ ਹੋਏਗੀ। ਬਿਲਕੁਲ। ਹੁਣ ਇਹ ਵੀ ਇੱਕ ਸੋਚ ਸਮਝ ਕੇ ਚੀਜ਼ਾਂ ਹੈਗੀਆਂ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹ ਫਿਲਮ ਹਿੱਟ ਨਹੀਂ ਹੋਏਗੀ। ਸਹੀ ਗੱਲ ਹੈ। ਹੀਰੋ ਸਾਡਾ ਹੋਣਾ ਚਾਹੀਦਾ, ਤੇ ਜਿਹੜੀ ਲਾਚਾਰ ਹੈ, ਬੇਬਸ ਹੈ, ਉਹ ਤੁਸੀਂ ਦੂਸਰੇ ਮੁਲਕ, ਕਿਉਂਕਿ ਮੇਰੇ ਯਾਦ ਨਹੀਂ ਹੈ ਪਰ ਇੱਕ ਕਿੱਸਾ ਆ ਕਿ ਕਿਸੇ ਨੇ ਕਿਹਾ ਕਿ ਹੀਰੋਇਨ ਦੀ ਐਂਟਰੀ ਹੁਣ ਤੱਕ ਐਵੇਂ ਦੀ ਦਿਖਾਉਣੀ ਹੈ ਜਿਹੜੀ ਸਭ ਤੋਂ ਵੱਖਰੀ ਹੋਵੇ। ਤੇ ਉਸ ਦੇ ਲਈ ਬਕਾਇਦਾ ਲਖਨਊ ਤੋਂ ਰਾਈਟਰ ਆਇਆ, ਉਹਨੇ ਇੱਕ ਸੀਨ ਲਿਖਿਆ, ਬਹੁਤ ਪੁਰਾਣੀ ਫਿਲਮਾਂ ਦੀ ਗੱਲਾਂ ਨੇ, ਤੇ ਉਹ ਕਹਿੰਦੇ ਵੀ ਉਹ ਸੀਨ ਇਹ ਸੀ ਕਿ ਹੀਰੋ ਦੀ ਪਤੰਗ ਕੱਟੀ ਗਈ ਆ ਤੇ ਪਤੰਗ ਉੱਡਦੀ 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 ਤੇ ਰਿਕਸ਼ੇ ਤੇ ਆ ਰਹੀ ਹੀਰੋਇਨ ਦੇ ਮੂੰਹ ਤੇ ਆ ਕੇ ਇੱਥੇ ਪਏਗੀ, ਤੇ ਜਦੋਂ ਪਤੰਗ ਹਟਾਏਗੀ ਤੇ ਹੀਰੋਇਨ ਦੀ ਐਂਟਰੀ ਹੋਏਗੀ। ਅੱਛਾ। ਤੇ ਸਾਰਿਆਂ ਨੇ ਕਿਹਾ ਕਿ ਵਾਹ, ਬਹੁਤ ਕਮਾਲ ਦਾ ਸੀਨ ਲਿਖਿਆ। ਤੇ ਕਹਿੰਦੇ ਵੀ ਡਾਇਰੈਕਟਰ ਨੇ ਕਿਹਾ ਸੀ ਵੀ ਇਸ ਰਾਈਟਰ ਨੂੰ ਦੁਬਾਰਾ ਲਖਨਊ ਭੇਜੋ। ਅੱਛਾ। ਉਹਨਾਂ ਪੁੱਛਿਆ ਵੀ ਕਾਰਨ, ਉਹ ਕਹਿੰਦੇ ਵੀ ਸਾਡੇ ਸਿਨੇਮਾ 'ਚ ਹੀਰੋ ਦੀ ਪਤੰਗ ਨਹੀਂ ਕੱਟੀ ਜਾ ਸਕਦੀ। ਮੈਨੂੰ ਲੱਗ ਹੀ ਰਿਹਾ ਸੀ ਕਿ ਇਦਾਂ ਦਾ ਕੁਝ, ਜਦੋਂ ਤੁਸੀਂ ਕਿਹਾ ਨਾ ਹੀਰੋ ਦੀ ਪਤੰਗ ਕੱਟੀ ਗਈ, ਮੇਰੇ ਦਿਮਾਗ 'ਚ ਇੱਕਦਮ ਸਵਾਲ ਆਇਆ ਸੀ ਵੀ ਓਕੇ, ਇਹ ਬਹੁਤ ਅਨਯੂਜੂਅਲ ਹੈ ਜੇ ਹੋਇਆ ਹੈ, ਇਫ ਦਿਸ ਹੈਜ਼ ਹੈਪਨਡ, ਕਿਉਂਕਿ ਰਾਈਟਰ ਵਾਪਸ ਭੇਜਿਆ ਗਿਆ ਸੀ। ਅੱਛਾ। ਸੈਡ। ਇੱਕ ਤਾਂ ਪਤਾ ਨਹੀਂ ਉਹਦੇ 'ਚ ਵੀ ਇੱਕ ਪੇਟਰੀਆਰਕਲ ਜੀ ਚੀਜ਼ ਫੇਰ ਵੀ ਹੈਗੀ ਹੈ ਵੀ ਹੀਰੋਇਨ ਦਾ ਤੁਸੀਂ ਚਿਹਰਾ ਇੱਦਾਂ ਹੀ ਦਿਖਾਉਣਾ ਵੀ ਉਹਦੀ ਖੂਬਸੂਰਤੀ ਇੱਦਾਂ ਉੱਭਰ ਕੇ ਸਾਹਮਣੇ ਆਏ। ਉਹ ਇੱਕ ਆਪਣੇ ਪੱਖੋਂ ਮੈਂ ਕਹਾਂਗੀ ਉਹਦੇ 'ਚ ਵੀ ਇੱਕ ਗੁੰਜਾਇਸ਼ ਹੈ ਕੁਝ ਇੰਪਰੂਵ ਹੋਣ ਦੀ। ਪਰ ਮਤਲਬ ਇਹ ਵੀ ਮੈਂ ਕਹਿ ਰਿਹਾ ਵੀ ਜੇ ਹੁਣ ਸਿਨੇਮਾ ਤੇ ਦਾਦਾ ਸਾਹਿਬ ਫਾਲਕੇ ਨੇ ਜਦੋਂ ਸ਼ੁਰੂ ਕੀਤਾ ਤੇ ਮਤਲਬ 70-80 ਸਾਲ ਬਾਅਦ ਜਾ ਕੇ ਇੱਕ ਜਿਹੜੀ ਕੋਈ ਪੈਟਰੀਓਟਿਕ ਫਿਲਮ ਬਣਦੀ ਹੈ ਤੇ ਸਰਦਾਰ ਉਦਮ ਇੰਨੀ ਨਾਰਮਲ ਹੋਈ। ਹਾਂਜੀ। ਤਾਂ ਬਾਕੀ ਚੀਜ਼ਾਂ ਨੂੰ ਟਾਈਮ ਲੱਗੇ। ਸਰਦਾਰ ਉਦਮ ਵੀ ਹੁਣ ਅਨਫੋਰਚੂਨੇਟਲੀ ਇੱਕ ਤਾਂ ਥੀਏਟਰਸ 'ਚ ਰਿਲੀਜ਼ ਨਹੀਂ ਹੋਈ ਜੀ, ਤੇ ਜੇ ਬਾਈ ਚਾਂਸ ਇਹ ਲੋਕਾਂ ਨੇ ਪਸੰਦ ਨਾ ਕੀਤੀ ਪਲੇਟਫਾਰਮਸ 'ਤੇ ਵੀ, ਤਾਂ ਇਹੀ ਉਹਦਾ ਨਿਸ਼ਕਰਸ਼ ਕੱਢਿਆ ਜਾਏਗਾ ਵੀ ਪੈਟਰੀਓਟਿਕ ਫਿਲਮ ਜੇ ਬਣਾਉਣੀ ਹੈ ਤਾਂ ਉਹ ਨੈਸ਼ਨਲਿਸਟਿਕ ਹੋਣੀ ਚਾਹੀਦੀ ਹੈ, ਇਹੋ ਜਿਹੀ ਨਹੀਂ ਹੋਣੀ ਚਾਹੀਦੀ ਜੀ। ਤੇ ਫਿਰ ਅਸੀਂ ਫਿਰ ਉਹੀ 10 ਕਦਮ ਪਿੱਛੇ ਚਲੇ ਜਾਵਾਂਗੇ। ਜਿਵੇਂ ਕਿ ਉਰੀ ਵਰਗੀ ਫਿਲਮ ਜਿਹੜੀ ਹੈ ਉਹ ਸੁਪਰ ਡੂਪਰ ਬਲੌਕਬਸਟਰ ਹੋਈ ਹੈ, ਇਸ ਤੋਂ ਬਾਅਦ ਫਿਰ ਨੈਸ਼ਨਲਿਸਟਿਕ ਜਿਹੜਾ ਨੈਰੇਟਿਵ ਹੈ ਉਹ ਹੋਰ ਸਟਰੋਂਗ ਹੋਇਆ ਵੀ ਹਾਂ ਐਂਟੀ ਪਾਕਿਸਤਾਨ ਕਰੋ ਤੇ ਘੁਸ ਕੇ ਮਾਰेंगे ਹੀ ਹੋਣਾ ਚਾਹੀਦਾ ਹੁਣ ਅੱਗੇ ਤੋਂ ਜਿਹੜੀ ਕਹਾਣੀਆਂ ਜੀ। ਤੇ ਇਹੋ ਜਿਹੀ ਫਿਲਮ ਥਰੋਜ਼ ਅਸ ਬੈਕ ਬਾਈ 10 ਸਟੈਪਸ। ਈਵਨ ਬੈਲ ਬਾਟਮ ਤੇ ਉਸ ਤੋਂ ਵੀ ਅੱਗੇ ਹਨ। ਮਤਲਬ ਹੁਣ ਤੱਕ ਇੰਡੀਅਨ ਸਿਨੇਮਾ ਦੇ ਅੰਦਰ ਜੋ ਟੈਰਰਿਜ਼ਮ ਦੇ ਨਾਲ ਮੁਸਲਮਾਨ ਨੂੰ ਜੋੜਿਆ ਜਾਂਦਾ ਸੀ। ਹਾਂਜੀ। ਤੇ ਬੈਲ ਬਾਟਮ ਤਾਂ ਹੁਣ
ਪੰਜਾਬ ਪੰਜਾਬੀ ਤੇ ਸਿੱਖ ਕਰੈਕਟਰ ਨੂੰ ਟੈਰਰਿਜ਼ਮ ਦੇ ਨਾਲ ਜੋੜ ਰਹੀ ਹੈ। ਬੈਲ ਬਾਟਮ ਤਾਂ ਖੈਰ ਮੈਂ ਦੇਖੀ ਨਹੀਂ ਹੈ, ਸੁਣਿਆ ਸੀ ਕੋਈ ਖਾਸ ਨਹੀਂ ਹੈ ਦੇਖਣ ਲਾਇਕ। ਹੁਣ ਇੰਨਾ ਕੁਛ ਹੈ ਵੈਸੇ ਦੇਖਣ ਨੂੰ, ਮਤਲਬ ਹੁਣ ਜੀ ਹੁੰਦਾ ਵੀ ਇੰਨਾ ਲਿਮਿਟਿਡ ਟਾਈਮ ਹੈ ਨਾ, ਟਾਈਮ ਇਜ਼ ਅ ਪ੍ਰੈਸ਼ੀਅਸ ਰਿਸੋਰਸ, ਉਹਨੂੰ ਸੋਚ ਸਮਝ ਕੇ ਦੋ ਖਰਚੋ। ਨੈਰੇਟਿਵ ਹੈ ਗਜ਼ਲ ਜੀ, ਤੁਸੀਂ ਕਹਿ ਰਹੇ ਹੋ ਕਿ ਕਹਾਣੀਆਂ ਨਹੀਂ ਹੈਗੀਆਂ, ਠੀਕ ਹੈ, ਇਹ ਵੀ ਇੱਕ ਸੱਚ ਹੈ, ਪਰ ਦੂਸਰਾ ਇਹ ਵੀ ਕਹਾਣੀਆਂ ਬਹੁਤ ਜ਼ਿਆਦਾ ਨੇ। ਨਹੀਂ ਮੈਂ ਕਹਿ ਰਹੀ ਹਾਂ ਓਰਲ ਟ੍ਰੈਡੀਸ਼ਨ ਹਿਸਟਰੀ ਦੇ ਅੰਦਰ ਸਾਡੇ ਕਹਾਣੀਆਂ ਭਰੀਆਂ ਹੋਈਆਂ, ਮਤਲਬ ਸੋ ਜੇ ਦੋਵੇਂ ਚੀਜ਼ਾਂ ਦੇ ਵਿੱਚ ਇੱਕ ਮੈਡੀਓਕਰ ਜੀ ਰੇਂਜ ਦੇ ਵਿੱਚ ਇਹ ਗੱਲ ਕਰੀਏ ਕਿ ਕਿਸ ਤਰ੍ਹਾਂ ਦੀਆਂ ਕਹਾਣੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਤੁਸੀਂ ਕਹਿਣਾ ਚਾਹੋਗੇ। ਇਹ ਬਹੁਤ ਹੀ ਵੱਡਾ ਸਵਾਲ ਹੈ ਐਕਚੁਅਲੀ। ਮੈਂ ਇਹਦੇ ਬਾਰੇ ਜਦੋਂ ਸੋਚਣ ਦੀ ਕੋਸ਼ਿਸ਼ ਕਰਦੀ ਹਾਂ ਤੇ ਮੈਂ ਆਪ ਹੀ ਇਸ ਸਵਾਲ ਤੋਂ ਡਰ ਕੇ ਰੁਕ ਜਾਂਦੀ ਹਾਂ, ਬਿਕੋਜ਼ ਇਟਸ ਟੂ ਬਿਗ। ਮੈਨੂੰ ਇਹ ਬੜੀ ਬਹੁਤ ਵੱਡੀ ਰਿਸਪੌਂਸਿਬਿਲਿਟੀ ਲੱਗਦੀ ਹੈ ਕੋਈ ਕਹਾਣੀ ਕਹਿਣਾ। ਹਾਲਾਂਕਿ ਮੈਂ ਮਤਲਬ ਕੋਈ ਬਹੁਤ ਵੱਡੀ ਰਾਈਟਰ ਜਾਂ ਕੋਈ ਬਹੁਤ ਇੰਪੋਰਟੈਂਟ ਰਾਈਟਰ ਨਹੀਂ ਹੈਗੀ, ਪਰ ਮੇਰੇ ਲਈ ਐਵਰੀ ਸਮੋਲ ਥਿੰਗ ਆਈ ਸੇ ਥਰੂ ਮਾਈ ਰਾਈਟਿੰਗ, ਮੈਨੂੰ ਹੁੰਦਾ ਵੀ ਇਹ ਪਤਾ ਨਹੀਂ ਕਿਹੜੇ ਕੋਨੇ ਵਿੱਚ ਕੌਣ ਇਹਨੂੰ ਦੇਖ ਲਏਗਾ ਅਤੇ ਉਹਦੇ 'ਤੇ ਕੀ ਇੰਪੈਕਟ ਹੋ ਜਾਏਗਾ, ਚੰਗਾ ਜਾਂ ਮਾੜਾ। ਸੋ ਬਹੁਤ ਵੱਡਾ ਬਰਡਨ ਲੱਗਦਾ ਮੈਨੂੰ, ਬਹੁਤ ਵੱਡੀ ਰਿਸਪੌਂਸਿਬਿਲਿਟੀ ਲੱਗਦੀ ਹੈ। ਸ਼ਾਇਦ ਇਹ ਵੀ ਇੱਕ ਵਜ੍ਹਾ ਕਿ ਮੈਂ ਥੋੜ੍ਹਾ ਜਿਹਾ ਹੈਜ਼ੀਟੇਟ ਕਰਦੀ ਹਾਂ ਆਪਣੀਆਂ ਕਹਾਣੀਆਂ ਕ੍ਰੀਏਟ ਕਰਨ 'ਚ। ਮੇਰਾ ਇੱਕੋ ਵਨ ਲਾਈਨ ਮੋਟੋ ਜੇ ਤੁਸੀਂ ਕਹੋ ਤਾਂ ਉਹ ਇਹੀ ਹੈ ਵੀ ਐਂਟਰਟੇਨਿੰਗ ਸਟੋਰੀਜ਼ ਜਿਹੜੀਆਂ ਕਿ ਇੱਕ ਬਰਾਬਰੀ ਦੀ ਦੁਨੀਆ ਵੱਲ ਸਾਨੂੰ ਲਿਜਾ ਸਕਣ। ਅਤੇ ਉਹੀ ਮੈਂ ਬਰਾਬਰੀ ਦਾ ਫਿਰ ਉਹੀ ਮਤਲਬ ਹੈ ਮੇਰੇ ਲਈ ਸਾਰੀਆਂ ਅੰਡਰ ਪ੍ਰਿਵਿਲੇਜ ਜਿਹੜੀਆਂ ਵੀ ਮਾਈਨੋਰਿਟੀਜ਼ ਹੈ, ਮੇਰੇ ਲਈ ਬਹੁਤ ਜ਼ਰੂਰੀ ਹੈ ਕਿ ਮੈਂ ਹਰ ਕਹਾਣੀ ਵਿੱਚ, ਐਂਟਰਟੇਨਿੰਗ ਕਹਾਣੀ ਵਿੱਚ ਅੰਡਰ ਪ੍ਰਿਵਿਲੇਜਡ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਰੱਖਾਂ, ਉਹਨਾਂ ਦੇ ਲਾਈਫ ਦੀ ਐਕਸਪੀਰੀਐਂਸਿਸ ਸ਼ੇਅਰ ਕਰਾਂ। ਜੇ ਇੱਕ ਫਿਲਮ ਹਿੱਟ ਹੋ ਜਾਏ ਜਾਂ ਇੱਕ ਕਹਾਣੀ ਚੱਲ ਜੇ, ਹਾਂ, ਫਿਰ ਉਸ ਤਰ੍ਹਾਂ ਦੀਆਂ 10 ਦੀਆਂ ਕਹਾਣੀਆਂ ਹੋਰ ਅੱਗੇ ਆ ਜਾਂਦੀਆਂ, ਤੇ ਫਿਰ ਵੀ ਉਹਨਾਂ ਵਿੱਚ ਵੀ ਤੁਸੀਂ ਕਿਵੇਂ ਕੁਛ ਨਵਾਂ ਕਹਿ ਸਕਦੇ ਹੋ। ਜਾਂ ਪਰ ਬਤੌਰ ਸਟੋਰੀ ਟੈਲਰ ਮਤਲਬ ਪ੍ਰੈਸ਼ਰ ਕੀ ਹੁੰਦਾ ਹੈ ਕਿ ਕਹਾਣੀ ਕਹਿਣਾ ਇੰਪੋਰਟੈਂਟ ਹੈ ਜਾਂ ਉਸ ਦੇ ਅੰਦਰ ਦਾ ਐਕਟਿਵਿਜ਼ਮ ਇੰਪੋਰਟੈਂਟ ਹੈ ਜਾਂ ਆਪਣੀ ਗੱਲ ਕਰਨੀ ਇੰਪੋਰਟੈਂਟ ਹੈ? ਪਹਿਲਾ ਤਾਂ ਇੰਪੋਰਟੈਂਟ ਹੁੰਦਾ ਬਈ ਮੇਰੀ ਰੋਜ਼ੀ ਰੋਟੀ ਚੱਲਦੀ ਰਹੇ। ਕਈ ਵਾਰ ਇਹ ਹੁੰਦਾ ਨਾ ਵੀ ਤੁਹਾਨੂੰ ਕੁਛ ਚੋਇਸਿਸ ਕਰਨੀਆਂ ਪੈਂਦੀਆਂ ਇਹੋ ਜਿਹੀਆਂ, ਬਈ ਜਿਵੇਂ ਜੇ ਸ਼ੁਰੂ 'ਚ ਮੇਰੇ ਕੋਲ ਕੋਈ ਮੈਨੂੰ ਕੰਮ ਨਹੀਂ ਸੀ ਦੇ ਰਿਹਾ ਅਤੇ ਮੇਰੇ ਕੰਮ ਨੂੰ ਕਿਸੇ ਨੇ ਦੇਖਿਆ ਨਹੀਂ ਸੀ ਹੋਇਆ, ਤਾਂ ਇਹੋ ਜਿਹੇ ਕਈ ਮੌਕੇ ਸੀਗੇ ਜਦੋਂ ਮੈਂ ਚਾਹੁੰਦੀ ਤਾਂ ਕੋਈ ਇਹੋ ਜਿਹਾ ਸਬਜੈਕਟ ਲੈ ਸਕਦੀ ਸੀ, ਜਿਹੜੀਆਂ ਆਫਰਸ ਸੀਗੀਆਂ ਜਿਹਦੇ ਨਾਲ ਮੈਂ ਬਹੁਤਾ ਰਿਲੇਟ ਨਹੀਂ ਕਰਦੀ। ਕੋਈ ਵੀ ਜੇ ਤੁਹਾਡੇ ਕੋਲ ਕਹਾਣੀ ਲੈ ਕੇ ਆਇਆ ਹੋਏਗਾ ਤੇ ਉਹਦੇ ਦੋਵੇਂ ਕਾਰਨ ਰਹੇ ਹੋਣਗੇ। ਇੱਕ ਤਾਂ ਉਹ ਕਹਾਣੀ ਨੂੰ ਹੋ ਸਕਦਾ ਤੁਸੀਂ ਬਿਹਤਰ ਕਹਿ ਸਕਦੇ ਹੋ, ਕਿਸੇ ਨੇ ਆਬਜ਼ਰਵ ਕੀਤਾ ਹੋਏਗਾ। ਨਹੀਂ, ਜਿਵੇਂ ਮੈਂ ਤੁਹਾਨੂੰ ਦੱਸਾਂ ਲਿਪਸਟਿਕ ਅੰਡਰ ਮੈਂ ਬੁਰਖਾ ਤੋਂ ਬਾਅਦ ਮੈਨੂੰ 2-3 ਆਫਰਸ ਆਈਆਂ ਸੀ ਬੋਲਡ ਫਿਲਮਾਂ ਦੀਆਂ, ਬਈ ਅੱਛਾ ਹੈ ਬੜੀ ਹੌਟ ਸੈਕਸ਼ੂਅਲ ਫਿਲਮ ਹੈ, ਇਹ ਤੁਸੀਂ ਲਿਖ ਦਿਓ ਜਾਂ ਇਹਦੇ ਲਈ ਡਾਇਲੌਗਸ ਲਿਖ ਦਿਓ। ਉਹ ਜਿਹੀ ਸ਼ੌਕਿੰਗ ਸੈਂਸੇਸ਼ਨਲ ਡਾਇਲੌਗਸ ਜਿਵੇਂ ਲਿਪਸਟਿਕ ਲਈ ਤੁਸੀਂ ਲਿਖਿਆ, ਅਤੇ ਕਾਫੀ ਵਧੀਆ ਆਫਰਸ ਸੀਗੀਆਂ ਮਤਲਬ ਫਾਈਨੈਂਸ਼ੀਅਲੀ। ਮੈਂ ਕਹਿ ਰਹੀ ਹਾਂ ਉਸ ਵੇਲੇ ਜੇ ਮੈਂ ਕੋਈ ਦੁਵਿਧਾ 'ਚ ਹੁੰਦੀ ਵੀ ਮੇਰੇ ਕੋਲ ਕੋਈ ਹੋਰ ਕੰਮ ਨਹੀਂ ਹੈ ਅਤੇ ਮੈਂ ਬੰਬੇ 'ਚ ਆਪਣਾ ਕਿਰਾਇਆ ਵੀ ਦੇਣਾ ਹੈ, ਅਤੇ ਮੈਨੂੰ ਸ਼ਾਇਦ ਮੈਂ ਫੋਰਸ ਹੋ ਸਕਦੀ ਸੀ ਉਸ ਵੇਲੇ ਵੀ ਉਹੋ ਜਿਹੀ ਕੋਈ ਫਿਲਮ ਕਰਨ ਲਈ। ਸੋ ਇਸ ਲਈ ਮੈਂ ਕਹਿ ਰਹੀ ਹਾਂ ਦੈਟ ਪਹਿਲੀ ਅਨਫੋਰਚੂਨੇਟਲੀ ਜਿਹੜੇ ਵੀ ਕੋਟ ਐਂਡ ਕੋਟ ਸਟਰਗਲਰਸ ਹੈ, ਜਿਹੜੇ ਬੰਬੇ ਤੋਂ ਨਹੀਂ ਹੈ, ਉੱਥੋਂ ਦੇ ਕਿਸੇ ਅਪਰ ਕਲਾਸ ਫੈਮਿਲੀ 'ਚੋਂ ਨਹੀਂ ਹੈਗੇ, ਜਿਨ੍ਹਾਂ ਨੇ ਉੱਥੇ ਜਾ ਕੇ ਆਪ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਹੁੰਦਾ ਹੈ, ਕਈਆਂ ਨੂੰ ਇਹੋ ਜਿਹੇ ਕੰਮ ਕਰਨੇ ਪੈਂਦੇ ਆ ਅਨਫੋਰਚੂਨੇਟਲੀ, ਜਿਹੜੇ ਉਹ ਦਿਲੋਂ ਨਹੀਂ ਬਿਲੀਵ ਕਰਦੇ ਉਹਨਾਂ 'ਚ। ਸੋ ਇਟ ਟੇਕਸ them a long time to reach a place ਜਿੱਥੇ ਉਹ ਆਪਣੀਆਂ ਕਹਾਣੀਆਂ ਕਹਿ ਸਕਣ, ਜਿਨ੍ਹਾਂ ਨਾਲ ਉਹ ਰਿਲੇਟ ਵੀ ਕਰਦੇ ਆ। ਸੋ
ਪਹਿਲੀ ਗੱਲ ਤਾਂ ਉਹ ਹੈ ਹੁਣ ਥੈਂਕਫੁਲੀ ਫॉर ਰਾਈਟ ਨਾਓ ਟੱਚਵੁੱਡ ਮੈਂ ਇਹੋ ਜਿਹੀ ਪੋਜੀਸ਼ਨ 'ਚ ਨਹੀਂ ਹਾਂ ਕਿ ਮੈਨੂੰ ਸਿਰਫ ਪੈਸੇ ਲਈ ਕੋਈ ਕੰਮ ਕਰਨਾ ਪਏ ਥੈਂਕਫੁਲੀ ਤਾਂ ਮੈਂ ਸੱਚ ਕਹਾਂਗੀ ਮੇਰੇ ਲਈ ਪਹਿਲੀ ਚੀਜ਼ ਤਾਂ ਇਹ ਹੈ ਕਿ ਮੈਂ ਕੋਈ ਕਹਾਣੀ ਇਹੋ ਜਿਹੀ ਕਹਾਂ ਜਿਹੜੀ ਮੈਨੂੰ ਇੰਜੋਇਮੈਂਟ ਮਿਲੇ, ਜਿਹਨੂੰ ਲਿਖਣ 'ਚ ਦਿਲੋਂ ਖੁਸ਼ੀ ਮਿਲੇ। ਅਤੇ ਉਹ ਇਹ ਜ਼ਰੂਰੀ ਨਹੀਂ ਹੈ ਕਿ ਉਹ ਸਟਾਰਟ ਇੱਕ ਐਕਟਿਵਿਸਟਿਕ ਪੁਆਇੰਟ ਆਫ ਵਿਊ ਤੋਂ ਹੀ ਹੋਵੇ, ਇਹ ਜ਼ਰੂਰੀ ਨਹੀਂ ਹੈ, ਪਰ ਇਹ ਮੇਰੇ ਬੈਕ ਆਫ ਮਾਈਂਡ 'ਤੇ ਹਮੇਸ਼ਾ ਹੁੰਦਾ ਹੈ। ਮੈਂ ਭਾਵੇਂ ਕੋਈ ਇੱਕ ਰੈਗੂਲਰ ਸਟੋਰੀ ਲਿਖ ਰਹੀ ਹੋਵਾਂ, ਕੋਈ ਵੀ ਨੋਰਮਲ ਮਰਡਰ ਮਿਸਟਰੀ ਵੀ ਹੋ ਸਕਦੀ ਸੀ, ਕੋਈ ਨੋਰਮਲ ਜਿਹੜੀ ਯੂਜੂਅਲ ਕਾਮਨ ਲਵ ਸਟੋਰੀ ਉਹ ਵੀ ਹੋ ਸਕਦੀ ਸੀ, ਪਰ ਮੇਰੇ ਬੈਕ ਆਫ ਦਾ ਮਾਈਂਡ 'ਤੇ ਹੁੰਦਾ ਹਮੇਸ਼ਾ ਕਿ ਮੈਂ ਲਿਖ ਰਹੀ ਹਾਂ ਅਤੇ ਇਹਦੇ 'ਚ ਮੇਰੀ ਆਵਾਜ਼ ਹੋਣੀ ਚਾਹੀਦੀ ਹੈ, ਅਤੇ ਉਹ ਆਵਾਜ਼ ਇਹੋ ਜਿਹੇ ਮੈਂ ਪੰਜਾਬੀ ਵਿੱਚ ਸਟਰਗਲ ਕਰਦੀ ਹਾਂ ਵਰਡਸ ਲਈ, ਮਾਈਨੋਰਿਟੀਜ਼ ਦੀ ਆਵਾਜ਼ ਹੋਣੀ ਚਾਹੀਦੀ, ਕਿਉਂਕਿ ਮੈਂ ਐਜ਼ ਅ ਮਾਈਨੋਰਿਟੀ ਆਪਣੀ ਪੂਰੀ ਜ਼ਿੰਦਗੀ ਬਿਤਾਈ ਹੈ, ਹੁਣ ਵੀ ਬਿਤਾਨੀ ਹਾਂ, ਯੂ ਨੋ। ਸੋ ਈਵਨ ਇਫ ਆਈ ਡੋਂਟ ਅੰਡਰਸਟੈਂਡ ਦ ਸਟਰਗਲ ਆਫ ਅ ਡਿਸੇਬਲਡ ਪਰਸਨ, ਮੈਨੂੰ ਇਹ ਤਾਂ ਪਤਾ ਹੈ ਕਿ ਇਹੋ ਜਿਹੀ ਲਾਈਫ ਜੀਣਾ ਜਿੱਥੇ ਤੁਹਾਡੇ ਕੋਲ ਉਹ ਸਭ ਨਹੀਂ ਹੈ ਜਿੰਨਾ 99% ਲੋਕਾਂ ਕੋਲ ਹੈ, ਜਿਹੜੇ ਸਾਧਨ ਉਹਨਾਂ ਕੋਲ ਹੈਗੇ ਆ, ਜਿੰਨੀ ਐਕਸੈਪਟੈਂਸ ਉਹਨਾਂ ਕੋਲ ਹੈਗੀ ਹੈ, ਉਹ ਸਮਝ ਮੈਨੂੰ ਹੈ। ਤਾਂ ਮੈਂ ਕਹਾਣੀ ਸਿਰਫ ਉਸ ਕਹਾਣੀ ਲਈ ਚੁਣਾਂਗੀ ਫॉर ਦ ਮੈਰਿਟ ਆਫ ਦੈਟ ਸਟੋਰੀ, ਪਰ ਮੇਰੇ ਬੈਕ ਆਫ ਦ ਮਾਈਂਡ 'ਤੇ ਹੁੰਦਾ ਹੈ ਕਿ ਐਜ਼ ਆਈ ਕੀਪ ਰਾਈਟਿੰਗ ਇਟ ਮੈਂ ਇਹਦੇ ਅੰਦਰ ਇਹੋ ਜਿਹੀਆਂ ਗੱਲਾਂ ਪਾਉਣੀਆਂ, ਭਾਵੇਂ ਉਹ ਸਿਰਫ ਡਾਇਲੌਗਸ ਹੋਣ, ਭਾਵੇਂ ਸਿਰਫ ਸੀਨਸ ਹੋਣ, ਮਾਈਨਰ ਕੈਰੈਕਟਰਸ ਹੋਣ, ਜਾਂ ਜਿਹੜੇ ਇੰਪੋਰਟੈਂਟ ਕੈਰੈਕਟਰਸ ਹੈ ਉਹਨਾਂ ਨੂੰ ਮੈਂ ਇਹੋ ਜਿਹੇ ਟਵਿਸਟਸ ਦੇ ਦੇਵਾਂ ਕਿ ਉਹ ਇਹੋ ਜਿਹੀਆਂ ਜ਼ਰੂਰੀ ਗੱਲਾਂ ਕਹਿਣ ਜਾਂ ਪ੍ਰੈਜ਼ੈਂਟ ਕਰਨ। ਸੋ ਆਈ ਵੁੱਡ ਸੇ ਹੈਂਡ ਇਨ ਹੈਂਡ ਚੱਲਦੇ ਨੇ ਦੋਨੋਂ, ਕਹਾਣੀ ਅਤੇ ਐਕਟਿਵਿਜ਼ਮ। ਬਟ ਐਜ਼ ਅ ਸਟੋਰੀ ਟੈਲਰ ਆਈਲ ਬੀ ਵੈਰੀ ਓਨੈਸਟ, ਮੇਰੀ ਪ੍ਰਾਇਮਰੀ ਪੁਆਇੰਟ ਆਫ ਅਟਰੈਕਸ਼ਨ ਸਟੋਰੀ ਹੁੰਦੀ ਹੈ, ਬਈ ਸਟੋਰੀ ਕਿੰਨੀ ਸਟਰੋਂਗ ਹੈ, ਇਹਦਾ ਸਟੋਰੀ ਦਾ ਆਰਕ ਕਿੰਨਾ ਮੂਵਿੰਗ ਹੈ, ਕਿੰਨਾ ਇੰਪੈਕਟਫੁਲ ਹੈ, ਕਿੰਨਾ ਐਂਟਰਟੇਨਿੰਗ ਹੈ, ਉਹ ਮੇਰੇ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ। ਕੀ ਹੋਇਆ ਜੇ ਰਾਤ ਅੰਧੇਰੀ, ਬਣ ਪ੍ਰਭਾਤ ਜਗਾਵੀਂ ਤੂੰ, ਸੂਰਜ ਨਵਾਂ ਤੇ ਕਿਰਨਾਂ ਨਵੀਆਂ, ਹਰ ਇੱਕ ਕੋਨੇ ਪਾਵੀਂ ਤੂੰ, ਕੰਮ ਤੇਰਾ ਕੋਈ ਮਹਿਕ ਖਿੜਾਣਾ, ਆਪੂ ਵਧਣਾ ਹੋਰ ਵਧਾਣਾ, ਸੁਨੇਹੇ ਨਿਤ ਨਵੇਂ ਕੋਈ ਦੇਵੀਂ, ਨਵੀਆਂ ਰੀਝਾਂ ਲਿਆਵੀਂ ਤੂੰ, ਕੀ ਹੋਇਆ ਜੇ ਰਾਤ ਅੰਧੇਰੀ, ਬਣ ਪ੍ਰਭਾਤ ਜਗਾਵੀਂ ਤੂੰ, ਕੰਮ ਤੇਰਾ ਤੇਰੀ ਜ਼ਿੰਮੇਵਾਰੀ, ਡਿੱਗਣ ਸੰਭਲਣ ਹਿੰਮਤ ਪਿਆਰੀ, ਕਾਲੀ ਬੋਲੀ ਰਾਤ ਦੀ ਵੱਖੀਓਂ, ਆਸ਼ਾ ਕੋਈ ਚਮਕਾਵੀਂ ਤੂੰ, ਕੀ ਹੋਇਆ ਜੇ ਰਾਤ ਅੰਧੇਰੀ, ਬਣ ਪ੍ਰਭਾਤ ਜਗਾਵੀਂ ਤੂੰ।